ਲਾਈਨ ਸਾਡੀ ਮਿਲ ਚੁੱਕੀ ਹੈ ਚੰਡੀਗੜ੍ਹ। ਪੇਸ਼ ਕਰਦੇ ਖਬਰਾਂ। ਇਹਨਾਂ ਖਬਰਾਂ ਦੇ ਵਿੱਚ ਤੁਸੀਂ ਸਾਂਝ ਪਾਉਣੀ ਹੁੰਦੀ ਹੈ 9054584444 905 458 44 9054584444। ਇਹ ਸਾਡੀਆਂ ਖਬਰਾਂ ਦੇ ਸੈਗਮੈਂਟ ਨੂੰ ਤੁਹਾਡੇ ਵਾਸਤੇ ਲੈ ਕੇ ਆਉਂਦੇ ਨੇ ਸਵੀਟ ਮੈਲ, ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਟ ਜਸਵੀਰ ਸਿੰਘ ਹੁੰਦਲ, ਸਟੀਵਨ ਫਰਨੀਚਰ, ਮੋਰਗੇ ਕਿੰਗ ਤੋਂ ਪਰਮਜੀਤ, ਗਿਲ ਸਵੀਟ ਐਂਡ ਸਮੋਸਾ ਫੈਕਟਰੀ ਬ੍ਰੈਂਪਟਨ, ਡਕਟ ਕਲੀਨਿੰਗ 416 727 2502, ਅੱਬਲ ਟੈਕਨੋਲੋਜੀ ਤੋਂ ਦਾਰਾ ਨਾਗਰਾ, ਪੀਜ਼ਾ ਡਿਪੂ, ਕਿੰਗ ਟਰੱਕ ਨੋਲੀਜ ਤੋਂ ਲਖਵੀਰ ਸਾਹੀ, ਸਕਾਈ ਇਮੀਗ੍ਰੇਸ਼ਨ 647 297 0968, ਰੋਜ਼ ਕਨਵੈਂਸ਼ਨ ਸੈਂਟਰ ਤੋਂ ਦੇਵ ਸੋਲ ਜੀ 416 749 44 44, ਰਾਣੋ ਬੁਟੀਕ ਤੋਂ ਰਾਣੋ ਕੰਗ, ਬਲਬੀਰ ਕੌਰ ਲੇਲ, ਖਾਲਸਾ ਕਮਿਊਨਿਟੀ ਸਕੂਲ, ਨਿਊਮਲੀ ਇੰਟਰੈਸਟ ਸੈਂਟਰ, ਸਟਾਰਲਿਨ ਪੇਂਟਿੰਗ, ਟੀਮ ਦਸਾਂਝ, ਵਿਕਰਮ ਦਸਾਂਝ ਦੇ ਕੋਲ ਐਮ ਸਿਟੀ ਪ੍ਰੋਜੈਕਟ ਸਕੇਅਰ 1 ਦੇ ਬਿਲਕੁਲ ਕੋਲ ਗਰੰਟਡ ਤੁਹਾਨੂੰ ਯੂਨਿਟ ਮਿਲੇਗਾ। ਇਸ ਪ੍ਰੋਜੈਕਟ ਬਾਰੇ ਕੋਈ ਵੀ ਜਾਣਕਾਰੀ ਲੈਣੀ, ਆਪਣਾ ਯੂਨਿਟ ਤੁਸੀਂ ਇਸ ਵਿੱਚ ਬੁੱਕ ਕਰਾਉਣਾ ਤਾਂ ਵਿਕਰਮ ਦਸਾਂਝ ਨੂੰ ਕਾਲ ਕਰੋ 905 275 7777 905 275 7777। ਨਾਲ ਕਿੰਗ ਟੋਇੰਗ, SNK ਕੁਆਲਿਟੀ ਕਿਚਨ ਕੈਬਨਿਟ, ਕਿਚਨ ਪੂਜਾ ਹੱਟ ਤੋਂ ਜਤਨ ਜੀ, ਹਾਰਬੀ ਆਟੋ, ਰਾਮ ਪਵਾਰ ਜੀ ਤੇ ਸਨੀ ਲੈਂਡਸਕੇਪਿੰਗ ਦੇ ਸਹਿਯੋਗ ਦੇ ਨਾਲ ਪੇਸ਼ ਕਰਦੇ ਖਬਰਾਂ। ਦਸਾਂਝ ਸਾਹਿਬ, ਸਾਂਝਾ ਪੰਜਾਬ ਤੇ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਸ਼ੁਕਰੀਆ ਬਾਬਾ ਸਾਂਝ ਜੀ। ਸਾਂਝਾ ਪੰਜਾਬ ਟੈਲੀਵਿਜ਼ਨ ਦੇ ਸਾਰੇ ਦਰਸ਼ਕਾਂ ਨੂੰ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਦੀ ਬਹੁਤ-ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਦਾਬ ਤੇ ਨਮਸਕਾਰ ਜੀ। ਅਸੀਂ ਸਾਡਾ ਸਪੈਸ਼ਲ ਸੈਗਮੈਂਟ ਹੈ, ਤੁਹਾਨੂੰ ਪਤਾ ਹੈ ਕਿ ਇਹਦੇ 'ਚ ਅਸੀਂ ਭਾਰਤ, ਪੰਜਾਬ ਖਾਸ ਤੌਰ ਦੇ ਉੱਤੇ ਦੇ ਦੇਸ਼ ਦੇ ਨਾਲ ਦੁਨੀਆ ਭਰ ਦੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਤੇ ਇੱਕ ਪੰਛੀ ਝਾਤ ਮਾਰਦੇ ਹੋਏ ਆਪਣੀ ਟਿੱਪਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਤੁਸੀਂ ਜੁੜ ਸਕਦੇ ਹੋ ਸਾਡੇ ਨਾਲ 905 458 44 44 ਤੇ 905 458 44 44 ਆਪਣੀ ਗੱਲ ਰੱਖ ਸਕਦੇ ਹੋ, ਕੋਈ ਸਵਾਲ ਕਰ ਸਕਦੇ ਹੋ, ਸੰਖੇਪ ਚ ਭਾਸ਼ਾ ਦੀ ਮਰਿਆਦਾ ਦਾ ਧਿਆਨ ਰੱਖਦਿਆਂ ਹੋਇਆ ਸਾਡੀ ਜਿੰਨੀ ਕੁ ਸਮਝ ਅਸੀਂ ਤੁਹਾਨੂੰ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਇਸ ਤੋਂ ਪਹਿਲਾਂ ਕਿ ਸ਼ੁਰੂ ਕਰੀਏ ਗੱਲਬਾਤ, ਆਪਾਂ ਲਗਾਤਾਰ ਕੁਝ ਉਦਾਸ ਖਬਰਾਂ ਆ ਰਹੀਆਂ ਨੇ। ਪਿਛਲੇ 2-3 ਦਿਨਾਂ ਦੇ ਵਿੱਚ ਹੀ 4 ਵੱਡੇ ਜਿਹੜੇ ਨਾ ਪੰਜਾਬੀ ਸਾਹਿਤ ਤੇ ਸੰਗੀਤ ਦੇ ਜਿਹੜੇ ਆ ਉਹ ਸਾਡੇ ਤੋਂ ਜੁਦਾ ਹੋ ਗਏ। ਤਾਰਨ ਗੁਜਰਾਲ ਹੋਰਾਂ ਤੋਂ ਬਾਅਦ ਤਰਸੀਮ ਬਾਈਆ ਅਧਿਆਪਕਾਂ ਦੇ ਵੱਡੇ ਆਗੂ ਤੇ ਫਿਰ ਕੁਲਵੰਤ ਗਰੇਵਾਲ ਪੰਜਾਬੀ ਦੇ ਵੱਡੇ ਸ਼ਾਇਰ, ਤੇ ਅੱਜ ਉਦਾਸ ਖਬਰ ਆ ਗਈ ਪਾਕਿਸਤਾਨੀ ਵੱਡੇ ਜਿਹੜੇ ਸਿੰਗਰ, ਤੁਸੀਂ ਕਹਿ ਸਕਦੇ ਇਕੱਲੇ ਪਾਕਿਸਤਾਨੀ ਨਹੀਂ, ਦੁਨੀਆ ਭਰ ਦੇ ਜਿੱਥੇ ਜਿੱਥੇ ਪੰਜਾਬੀ ਵਸੋਂ ਹੈ ਉਹਨਾਂ ਸਾਰਿਆਂ ਦੇ ਚਹੇਤੇ ਕਲਾਕਾਰ, ਦੋਵਾਂ ਪੰਜਾਬਾਂ ਦੇ ਲਹਿੰਦੇ ਤੇ ਚੜ੍ਹਦੇ ਪੰਜਾਬ 'ਚ ਇੱਕੋ ਜਿਹੇ ਮਕਬੂਲ ਸ਼ੌਕਤ ਅਲੀ ਜਿਹੜੇ ਆ ਲੰਬੇ ਸਮੇਂ ਤੋਂ ਬਿਮਾਰ ਸੀ, ਉਹ ਹੁਣ ਨਹੀਂ ਰਹੇ। ਸ਼ੌਕਤ ਅਲੀ ਉਹਨਾਂ ਦੀ ਤਬੀਅਤ ਕਾਫੀ ਦਿਨਾਂ ਤੋਂ ਖਰਾਬ ਸੀ। ਉਹਨਾਂ ਨੂੰ ਲਾਹੌਰ ਦੇ ਕੰਬਾਈਨਡ ਮਿਲਟਰੀ ਹਸਪੀਟਲ 'ਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਨੇ ਆਖਰੀ ਸਾਹ ਲਿਆ। ਕਾਫੀ ਹਾਲਤ ਉਹਨਾਂ ਦੀ ਵਿਗੜੀ ਹੋਈ ਸੀ। ਪਿੱਛੇ ਜੇ ਉਹਨਾਂ ਦਾ ਲਿਵਰ ਟ੍ਰਾਂਸਪਲਾਂਟ ਹੋਇਆ ਸੀ, ਡਾਇਬਟੀਜ਼ ਦੇ ਵੀ ਉਹ ਮਰੀਜ਼ ਸੀਗੇ, ਹਾਰਟ ਦੀ ਬਾਈਪਾਸ ਸਰਜਰੀ ਵੀ ਉਹਨਾਂ ਨੂੰ ਹੋ ਚੁੱਕੀ ਸੀ। ਸੋ ਉਹਨਾਂ ਦਾ ਇਸ ਤਰ੍ਹਾਂ ਜਾਣਾ ਲਾਜ਼ਮੀ ਹੈ ਕਿ ਪੰਜਾਬੀ ਸੰਗੀਤ ਜਗਤ ਜਿਹੜਾ ਉਹਨੂੰ ਬਹੁਤ ਵੱਡਾ ਘਾਟਾ ਹੈ। ਸ਼ੌਕਤ ਅਲੀ ਹੋਰੀ 3 ਮਈ 1944 ਨੂੰ ਲਹਿੰਦੇ ਪੰਜਾਬ 'ਚ ਇਹਨਾਂ ਦਾ ਜਨਮ ਹੋਇਆ ਸੀ ਤੇ ਵੱਡੇ ਭਾਈ ਇਨਾਇਤ ਅਲੀ ਖਾਨ ਦੀ ਮਦਦ ਤੋਂ ਬਾਅਦ ਉਹਨਾਂ ਨੇ ਮਿਊਜ਼ਿਕ ਇੰਡਸਟਰੀ ਜਗ੍ਹਾ ਬਣਾਈ ਤੇ ਪਾਕਿਸਤਾਨੀ ਫਿਲਮ ਇੰਡਸਟਰੀ 'ਚ ਵੀ ਉਹਨਾਂ ਨੂੰ ਡਾਇਰੈਕਟਰ ਜਿਹੜੇ M ਅਸ਼ਰਫ ਸੀ ਉਹਨਾਂ ਨੇ ਇੰਟਰੋਡਿਊਸ ਕੀਤਾ ਸੀ। 30 ਮਾਰਖਾ ਫਿਲਮ 'ਚ ਪਹਿਲਾਂ ਉਹਨਾਂ ਨੇ ਗਾਣਾ ਗਾਇਆ। 1960 'ਚ ਗਜ਼ਲ ਤੇ ਪੰਜਾਬੀ ਲੋਕ ਗੀਤ ਸਟੇਜ ਤੇ ਪਰਫਾਰਮ ਕਰਨ ਲੱਗ ਪਏ ਸੀ ਤੇ ਉਹਨਾਂ ਦੇ ਬੜੇ ਮਸ਼ਹੂਰ ਜਿਹੜੇ ਗੀਤ ਹੋਏ, ਜੱਗਾ, ਬੇਵਫਾ, ਕਦੀ ਇਤਿਹਾਸ ਬੋਲਵੇ, ਜ਼ਿਕਰ, ਕਿਉਂ ਦੂਰ ਦੂਰ ਰਹਿੰਦੇ ਹੋ, ਤੇਰੇ ਗਮ ਕੋ ਜਾਨ, ਏਦਾਂ ਦੇ ਬੜੇ ਬਿਹਤਰੀਨ ਉਹਨਾਂ ਨੇ ਗਾਣੇ ਗਾਏ ਤੇ ਅੱਜ ਸਾਰੀ ਮਿਊਜ਼ਿਕ ਇੰਡਸਟਰੀ ਉਦਾਸ ਹੈ। ਅਸੀਂ ਵੀ ਸਾਂਝਾ ਪੰਜਾਬ ਵੱਲੋਂ ਉਹਨਾਂ ਦੇ ਇਸ ਤਰ੍ਹਾਂ ਚਲੇ ਜਾਣ ਦੇ ਉੱਤੇ ਗਹਿਰੇ ਸਦਮੇ ਦਾ ਇਜ਼ਹਾਰ ਕਰਦੇ ਹਾਂ ਤੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ ਜੀ। ਅਸੀਂ ਵੀ ਦਸਾਂਝ ਸਾਹਿਬ ਟੋਰਾਂਟੋ ਨਿਵਾਸੀਆਂ ਵੱਲੋਂ ਇਸ ਉਹਨਾਂ ਦੇ ਗਹਿਰੇ ਦੁੱਖ ਵਿੱਚ ਜਿੱਥੇ ਸ਼ਰੀਕ ਹੁੰਦੇ ਹਾਂ ਤੇ ਪਰਮਾਤਮਾ ਅੱਲਾ ਭਗਵਾਨ ਉਹਦੇ ਅਰਦਾਸ ਕਰਦੇ ਹਾਂ ਕਿ ਆਪਣੇ ਚਰਨਾਂ 'ਚ ਉਹਨਾਂ ਨੂੰ ਨਿਵਾਸ ਬਖਸ਼ੇ। ਦਸਾਂਝ ਸਾਹਿਬ, ਰਾਜਸਥਾਨ ਦੇ ਵਿੱਚ ਸ਼ਹਿਰ ਹੈ ਅਲਵਰ। ਅਲਵਰ ਦੇ ਕੋਲ ਰਕੇਸ਼ ਟਕੈਤ ਉਹਨਾਂ ਦੀ ਕਾਰ ਜਾ ਰਹੀ ਸੀ ਤੇ ਉਸ ਦੇ ਉੱਤੇ ਹਮਲਾ ਹੋਇਆ, ਕਾਫੀ ਪਥਰਾਅ ਕੀਤਾ ਗਿਆ। ਪੂਰੀ ਖਬਰ ਕੀ ਹੈ? ਦੇਖੋ, ਜਿਹੜੀ ਤਾਂ ਰੂਟੀਨ 'ਚ ਖਬਰ ਆਈ ਹੈ ਉਹ ਬੜੀ ਮਾੜੀ ਖਬਰ ਹੈ ਕਿ ਜਿਹੜੇ ਕਿਸਾਨ ਇਸ ਵੇਲੇ ਲੜ ਰਹੇ ਨੇ ਆਪਣੇ ਹੱਕਾਂ ਵਾਸਤੇ, ਜਾਂ ਕਹਿ ਲਓ ਕਿ ਇਕੱਲੇ ਆਪਣੇ ਨਹੀਂ, ਦੇਸ਼ ਦੇ ਹਰ ਆਮ ਨਾਗਰਿਕ ਦੀ ਲੜਾਈ ਜਿਹੜੇ ਕਿਸਾਨ ਲੀਡਰ ਲੜ ਰਹੇ ਨੇ ਉਹਨਾਂ ਨੂੰ ਫਿਰ ਜਿਹੜਾ ਆ ਕਿਤੇ ਨਾ ਕਿਤੇ ਘੇਰਨ ਦੀ ਕੋਸ਼ਿਸ਼ ਹੋ ਰਹੀ ਹੈ।
ਇੱਕ ਪਾਸੇ ਉਹਨਾਂ ਦੇ ਵਾਰੰਟ ਜਾਰੀ ਕੀਤੇ ਗਏ ਨੇ, ਉਹਨਾਂ ਤੇ FIR ਦਰਜ ਨੇ, ਦੂਜੇ ਪਾਸੇ ਲਗਾਤਾਰ ਉਹਨਾਂ ਨੂੰ ਬਾਰਡਰਸ ਦੇ ਉੱਤੇ ਇਸ ਢੰਗ ਦੇ ਨਾਲ ਪਰੇਸ਼ਾਨ ਕੀਤਾ ਜਾ ਰਿਹਾ ਕਿ ਆਲੇ ਦੁਆਲਾ ਘੇਰਾ ਪਾਇਆ ਹੋਇਆ, ਕਿੱਲਾਂ ਠੋਕੀਆਂ ਹੋਈਆਂ। ਤੀਜੇ ਪਾਸੇ ਜਦੋਂ ਉਹ ਸਾਰੇ ਮੁਲਕ ਦੇ ਵਿੱਚ ਜਾਂਦੇ ਆ ਤੇ ਇਹ ਖਤਰਾ ਬਣਿਆ ਰਹਿੰਦਾ ਹੈ ਕਿ ਉਹਨਾਂ ਤੇ ਕੋਈ ਜਿਸਮਾਨੀ ਹਮਲਾ ਨਾ ਹੋ ਜਾਏ। ਹੁਣ ਭਾਰਤੀ ਕਿਸਾਨ ਯੂਨੀਅਨ ਦੇ ਸਭ ਤੋਂ ਵੱਡੇ ਆਗੂ ਦੇ ਤੌਰ ਦੇ ਉੱਤੇ ਪਛਾਣ ਬਣ ਚੁੱਕੀ ਹੈ ਰਕੇਸ਼ ਟਕੈਤ ਹੋਰਾਂ ਦੀ। ਉਹ ਰਾਜਸਥਾਨ ਦੇ ਅਲਵਰ ਦੇ ਕੋਲ ਤਤਾਰਪੁਰ ਇੱਕ ਚੌਕ ਹੈ, ਉੱਥੋਂ ਲੰਘ ਰਹੇ ਸੀ। ਇੱਕ ਉਹਨਾਂ ਨੇ ਅੱਗੇ ਜਾਣਾ ਸੀ, ਬਾਨਸੂਰ ਕਿਸਾਨ ਪੰਚਾਇਤ ਹੋ ਰਹੀ ਸੀ ਤੇ ਉਹਨਾਂ ਦੀਆਂ ਗੱਡੀਆਂ ਦਾ ਜਿਹੜਾ ਕਾਫਲਾ ਲੰਘ ਰਿਹਾ ਸੀ ਤੇ 20-25 ਨੌਜਵਾਨਾਂ ਨੇ ਉਹਨਾਂ ਦੀਆਂ ਗੱਡੀਆਂ ਤੇ ਪੱਥਰਬਾਜ਼ੀ ਕੀਤੀ ਹੈ। 4-5 ਗੱਡੀਆਂ ਦੇ ਸ਼ੀਸ਼ੇ ਟੁੱਟੇ ਹੈ ਤੇ ਬਾਅਦ ਵਿੱਚ ਉੱਥੇ ਧਰਨੇ ਤੇ ਕਿਸਾਨ ਜਿਹੜੇ ਆ ਉੱਥੇ ਬੈਠ ਕੇ ਕਿਸਾਨ ਲੀਡਰ ਰਕੇਸ਼ ਟਕੈਤ ਵੀ ਧਰਨੇ ਤੇ ਬਹਿ ਗਏ। ਪਰ ਕਿਉਂਕਿ ਉਹਨਾਂ ਦੇ ਅੱਗੇ ਇੱਕ ਕਿਸਾਨ ਪੰਚਾਇਤ ਚ ਜਾਣਾ ਸੀ, ਇਸ ਕਰਕੇ ਉਹ ਤਾਂ ਚਲੇ ਗਏ, ਪਰ ਕਾਫੀ ਲੋਕ ਉੱਥੇ ਬੈਠੇ ਰਹੇ ਆ ਧਰਨੇ ਤੇ ਪੁਲਿਸ ਨਾਲ ਵੀ ਉਹਨਾਂ ਦਾ ਟਕਰਾਅ ਉੱਥੇ ਹੋਇਆ। ਦੋਸ਼ ਉਹਨਾਂ ਦਾ ਇਹ ਹੈ ਕਿ ਪੁਲਿਸ ਦੀ ਚੌਕੀ ਬਿਲਕੁਲ ਉੱਥੇ ਚੌਕ ਦੇ ਵਿੱਚ ਹੈ, ਜਿਹੜਾ ਤਤਾਰਪੁਰ ਚੌਕ ਹੈ ਅਲਵਰ ਦਾ, ਉੱਥੇ ਪੁਲਿਸ ਦੀ ਚੌਕੀ ਵੀ ਆ। ਉਹ ਚੌਕੀ ਹੋਣ ਦੇ ਬਾਵਜੂਦ ਪੁਲਿਸ ਦੀ ਉੱਥੇ ਕਿਵੇਂ ਪੱਥਰਬਾਜ਼ੀ, 20-25 ਨੌਜਵਾਨ ਕਿੱਦਾਂ ਪੱਥਰਬਾਜ਼ੀ ਕਰ ਸਕਦੇ ਆ। ਇਹਦਾ ਮਤਲਬ ਹੈ ਕਿ ਉੱਥੇ ਕਿਤੇ ਨਾ ਕਿਤੇ ਸ਼ਹਿ ਹੈ, ਕਿਸੇ ਸਿਆਸੀ ਧਿਰ ਦੀ ਸ਼ਹਿ ਆ। ਤੇ ਜੋ ਸਾਡੇ ਕੋਲ ਇੱਥੇ ਖਬਰਾਂ ਦੇ ਜਿੰਨੀਆਂ ਵੀ ਸਾਡੇ ਕੋਲ ਆਈਆਂ ਉਹਦੇ ਚ ਨਹੀਂ ਹੈ, ਪਰ ਸਾਡੇ ਕੋਲ ਕੁਝ ਆਪਣੇ ਸੋਰਸਿਸ ਤੋਂ ਹੀ ਜਾਣਕਾਰੀ ਮਿਲੀ ਹੈ ਵੀ ਕੁਲਦੀਪ ਯਾਦਵ ਨਾਂ ਦਾ ਉੱਥੇ ਭਾਰਤੀ ਜਨਤਾ ਪਾਰਟੀ ਦਾ ਇੱਕ ਲੀਡਰ ਹੈ, ਉਹਦੀ ਗੱਡੀ ਇਸ ਪੱਥਰਬਾਜ਼ੀ ਦੇ ਵਿੱਚ ਵਰਤੀ ਗਈ ਹੈ। ਉਸ ਗੱਡੀ ਦਾ ਨੰਬਰ ਫਲੈਸ਼ ਹੋ ਰਿਹਾ, ਫੇਸਬੁੱਕ ਦੇ ਉੱਤੇ ਉਹਨੂੰ ਚੈੱਕ ਕਰ ਲਿਆ ਗਿਆ। ਫੇਸਬੁੱਕ ਦੇ ਉੱਤੇ ਉਹ ਬੰਦਾ ਜਿਹੜਾ ਰਾਜਸਥਾਨ ਦਾ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਹੈ ਉਹਦੇ ਨਾਲ ਖੜਾ ਦਿਖਾਈ ਦੇ ਰਿਹਾ ਇੱਕ ਤਸਵੀਰ ਦੇ ਵਿੱਚ। ਤੇ ਜਿਹੜੀ ਗੱਡੀ ਦਾ ਨੰਬਰ ਉੱਥੇ ਨੋਟ ਹੋਇਆ ਉਹੀ ਗੱਡੀ ਫੇਸਬੁੱਕ ਦੇ ਉੱਤੇ ਉਹਨੇ ਆਪਣੀ ਗੱਡੀ ਦੇ ਤੌਰ ਦੇ ਉੱਤੇ ਸ਼ੋਅ ਕੀਤੀ ਹੋਈ ਹੈ। ਸੋ ਇਹਦੇ ਵਿੱਚ ਵੀ ਹੁਣੇ ਖਬਰ ਹੈ ਕਿ ਪੁਲਿਸ ਨੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਹ ਵੀ ਖਬਰ ਆ ਰਹੀ ਹੈ ਕਿ ਜਿਹੜੀ ਉਹਨਾਂ ਦੀ ਕਿਸਾਨ ਪੰਚਾਇਤ ਹੋ ਰਹੀ ਸੀ ਉੱਥੇ ਥੋੜੀ ਦੂਰ ਅੱਗੇ, ਉਹ ਪੰਚਾਇਤ ਮੁੱਕਣ ਤੋਂ ਬਾਅਦ ਰਕੇਸ਼ ਟਕੈਤ ਫਿਰ ਉਸ ਚੌਕ ਤੇ ਆ ਗਿਆ ਤੇ ਉੱਥੇ ਇੱਕ ਵੱਡਾ ਧਰਨਾ ਇਸ ਵੇਲੇ ਲੱਗ ਗਿਆ। ਟਕਰਾਅ ਜਿਹੜਾ ਉੱਥੇ ਵੱਧ ਸਕਦਾ ਹੈ ਤੇ ਪਰ ਨਾਲ ਦੀ ਨਾਲ ਫਿਕਰ ਵੀ ਵੱਧ ਰਿਹਾ ਹੈ ਵੀ ਕੀ ਆਉਣ ਵਾਲੇ ਸਮੇਂ ਦੇ ਵਿੱਚ ਸਿਆਸੀ ਸ਼ਹਿਰ ਦੇ ਉੱਤੇ ਜੇ ਪੰਜਾਬ ਦੇ ਵਿੱਚ ਵੀ ਜਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵੀ ਕਿਸਾਨ ਲੀਡਰ ਜਾਂਦੇ ਆ ਤਾਂ ਫਿਰ ਉਹਨਾਂ ਨੂੰ ਆਪਣੀ ਸੁਰੱਖਿਆ ਦੇ ਉਚੇਚੇ ਬੰਦੋਬਸਤ ਕਰਨੇ ਪੈਣਗੇ, ਨਹੀਂ ਤਾਂ ਕਿਸੇ ਵੇਲੇ ਵੀ ਉਹਨਾਂ ਦੇ ਉੱਤੇ ਸ਼ਰਾਰਤੀ ਤੱਤਾਂ ਤੋਂ ਕੋਈ ਹਮਲਾ ਕਰਵਾਇਆ ਜਾ ਸਕਦਾ। ਬੜੀ ਮੰਦਭਾਗੀ ਘਟਨਾ ਦੇ ਤੌਰ ਤੇ ਅਸੀਂ ਇਹਨੂੰ ਅੱਜ ਦੇਖ ਰਹੇ ਹਾਂ ਜੀ। ਦੂਜੇ ਪਾਸੇ ਕਿਸਾਨ ਅੰਦੋਲਨ ਅੱਜ ਦਸਾਂਝ ਸਾਹਿਬ ਕਿਸ ਮੋੜ ਤੇ ਖੜਾ? ਇਹ ਤਾਂ ਜੇ ਹਿਸਾਬ ਦੇ ਨਾਲ ਅੱਜ ਆਪਾਂ ਦੇਖਦੇ ਹਾਂ ਕਿਸਾਨ ਅੰਦੋਲਨ ਦੀ ਆਪਾਂ ਗੱਲ ਕਰਦੇ ਹਾਂ, ਬਹੁਤ ਲੰਬਾ ਕਿਸਾਨ ਅੰਦੋਲਨ ਚੱਲ ਸਕਦਾ। ਕੀ ਕਹਿਣਾ ਤੁਹਾਡਾ ਇਹਦੇ ਬਾਰੇ? ਮੈਂ ਤੁਹਾਨੂੰ ਦੱਸਦਾ ਕਿ ਇਹ ਹੁਣ 2 ਮਈ ਤੋਂ ਪਹਿਲਾਂ ਕੋਈ ਡਾਇਲੋਗ ਦੀ ਸੰਭਾਵਨਾ ਨਹੀਂ ਹੈ। ਜਿਸ ਤਰੀਕੇ ਦੇ ਨਾਲ ਕਿਸਾਨਾਂ ਦੀ ਲੀਡਰਸ਼ਿਪ ਨੇ, ਖਾਸ ਤੌਰ ਤੇ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਪੂਰੇ ਦਾ ਪੂਰਾ ਪ੍ਰੋਗਰਾਮ ਹੁਣ ਦਿੱਤਾ ਹੈ। 5 ਤਰੀਕ ਤੋਂ ਹੀ ਉਹ ਐਕਟੀਵਿਟੀਜ਼ ਸ਼ੁਰੂ ਹੋ ਜਾਣੀਆਂ, 5 ਨੂੰ ਵੀ 6 ਨੂੰ ਵੀ, ਫਿਰ 13 ਦੀ ਵਿਸਾਖੀ ਮਨਾਈ ਜਾਣੀ ਹੈ। ਬਾਰਡਰਸ ਦੇ ਉੱਤੇ ਦੇਸ਼ ਭਰ ਦੇ ਵਿੱਚ 14 ਤਰੀਕ ਨੂੰ ਸੰਵਿਧਾਨ ਦਿਵਸ ਮਨਾਇਆ ਜਾਣਾ, ਡਾਕਟਰ BR ਅੰਬੇਡਕਰ ਹੋਰਾਂ ਦੇ ਨਾਂ ਦੇ ਉੱਤੇ ਸੰਵਿਧਾਨ ਬਚਾਓ ਦਿਨ ਮਨਾਇਆ ਜਾਣਾ, ਬਾਰਡਰਸ ਦੇ ਉੱਤੇ ਵੀ ਦੇਸ਼ ਭਰ ਦੇ ਵਿੱਚ ਵੀ। ਫਿਰ ਉਸ ਤੋਂ ਬਾਅਦ ਲਗਾਤਾਰ ਇਹ ਚੱਲੀ ਜਾਣਾ ਤੇ 1 ਮਈ ਨੂੰ ਮਜ਼ਦੂਰ ਦਿਹਾੜਾ ਮਨਾਇਆ ਜਾਣਾ। ਸੋ ਇਹ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਆ ਉਹ ਦੱਸਦੀਆਂ ਹੈ ਕਿ ਕਿਸਾਨ ਲੀਡਰਸ਼ਿਪ ਨੂੰ ਵੀ ਇਸ ਗੱਲ ਦਾ ਹੁਣ ਇਲਮ ਹੈ ਵੀ 2 ਮਹੀਨੇ ਹੋ ਗਏ ਸਰਕਾਰ ਨਾਲ ਗੱਲਬਾਤ ਟੁੱਟੀ ਨੂੰ, ਵੀ ਹੁਣ ਸਰਕਾਰ ਹਾਲੇ ਕਿਤੇ ਨਾ ਕਿਤੇ ਕਿਸੇ ਭੁਲੇਖੇ ਦੇ ਵਿੱਚ ਹੈ। ਸ਼ਾਇਦ ਜਿਹੜਾ ਇੰਟਰਨਲ ਸਰਵੇ ਹੈ ਭਾਰਤੀ ਜਨਤਾ ਪਾਰਟੀ ਦਾ 5 ਸਟੇਟਸ ਇਲੈਕਸ਼ਨ ਦਾ, ਉਹ ਇੰਟਰਨਲ ਸਰਵੇ ਸ਼ਾਇਦ ਗਲਤ ਫੀਲਿੰਗ ਕਰ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਜਾਂ ਸਰਕਾਰ ਨੂੰ ਵੀ ਤੁਸੀਂ ਬਹੁਤ ਮਾਰਜਨ ਦੇ ਨਾਲ ਜਿੱਤ ਰਹੇ ਹੋ, ਖਾਸ ਤੌਰ ਤੇ ਪੱਛਮੀ ਬੰਗਾਲ ਤੇ ਅਸਾਮ। ਕਿਉਂਕਿ ਜਿਹੜੇ ਬਾਕੀ 3 ਸੂਬੇ ਆ ਜਿੱਥੇ ਪਾਂਡੀਚੇਰੀ ਦੇ ਵਿੱਚ ਸਖਤ ਮੁਕਾਬਲਾ ਤਾਂ ਹੈ, ਪਰ ਪਾਂਡੀਚੇਰੀ ਨਾ ਸੂਬਾ ਨਾ ਸੂਬੀ ਛੋਟਾ ਜਿਹਾ ਹੋਇਆ, 30 ਸੀਟਾਂ ਹੈਗੀਆਂ ਉੱਥੇ ਬੀਜੇਪੀ ਜਿੱਤ ਵੀ ਜਾਵੇ ਤਾਂ ਉਹਦੇ ਕੋਲ ਬਹੁਤੇ ਅਰਥ ਨਹੀਂ। ਤੇ ਤਾਮਿਲਨਾਡੂ ਤੇ ਕੇਰਲਾ ਜਿਹੜਾ ਆ ਉਹ ਬੀਜੇਪੀ ਲਈ ਇੰਪੋਰਟੈਂਟ ਇਸ ਕਰਕੇ ਨਹੀਂ ਕਿ ਤਾਮਿਲਨਾਡੂ ਦੇ ਵਿੱਚ ਵੀ ਉਹਨਾਂ ਦੇ ਪੱਲੇ ਕੱਖ ਨਹੀਂ ਤੇ ਕੇਰਲਾ ਦੇ ਵਿੱਚ ਵੀ ਕੱਖ ਨਹੀਂ ਉਹਨਾਂ ਦੇ ਪੱਲੇ। ਕੇਰਲਾ ਦੇ ਵਿੱਚ ਲੈਫਟ ਜਿੱਤ ਰਿਹਾ, ਦੁਬਾਰਾ ਰਿਪੀਟ ਹੋ ਰਿਹਾ, ਤੇ ਤਾਮਿਲਨਾਡੂ ਚ DMK ਤੇ ਕਾਂਗਰਸ ਜਿੱਤ ਰਹੀ ਹੈ, ਨਾ DMK ਤੇ BJP ਹਾਰ ਰਹੀ। ਉਹਦੇ ਵਾਸਤੇ BJP ਲਈ ਸਭ ਤੋਂ ਇੰਪੋਰਟੈਂਟ ਹੈ ਪੱਛਮੀ ਬੰਗਾਲ ਤੇ ਅਸਾਮ। ਤੇ ਜਿਹੜੀ ਉਹਨਾਂ ਦਾ ਇੰਟਰਨਲ ਸਰਵੇ ਹੈਗਾ ਉਹ ਬਾਰ-ਬਾਰ ਸ਼ਾਇਦ ਇਦਾਂ ਦੀ ਰਿਪੋਰਟ ਕਰ ਰਿਹਾ ਹੈ ਭਾਰਤੀ ਜਨਤਾ ਪਾਰਟੀ ਨੂੰ ਤੇ ਸਰਕਾਰ ਨੂੰ ਵੀ ਤੁਸੀਂ ਇੱਥੇ ਬਹੁਤ ਵੱਡੇ ਮਾਰਜਨ ਨਾਲ ਜਿੱਤ ਰਹੇ ਹੋ। ਅਸਾਮ ਦੇ ਵਿੱਚ ਵੀ ਤੁਹਾਡੀ ਦੁਆਰਾ ਸਰਕਾਰ ਬਣ ਰਹੀ ਹੈ ਤੇ ਪੱਛਮੀ ਬੰਗਾਲ ਦੇ ਵਿੱਚ ਵੀ। ਇਸ ਭਰਮ ਦੇ ਵਿੱਚ ਜਿਹੜਾ ਇੱਕ ਕਿਸਮ ਦਾ ਮੈਂ ਸਮਝਦਾ ਵੀ ਗਲਤ ਕਿਸਮ ਦਾ ਜਿਹੜਾ ਉਹ
ਲੱਗਦਾ ਹੈ ਕਿ 2 ਮਈ ਨੂੰ ਨਤੀਜੇ ਸਾਡੇ ਹੱਕ 'ਚ ਆ ਜਾਣੇ ਆ ਪੱਛਮੀ ਬੰਗਾਲ ਤੇ ਅਸਾਮ ਦੇ ਵਿੱਚ, ਤੇ ਫਿਰ ਅਸੀਂ ਕਵਾਂਗੇ ਵੀ ਆਹ ਕਿਸਾਨ ਸੀ ਜਿਹੜੇ ਸਾਡੇ ਖਿਲਾਫ ਪ੍ਰਚਾਰ ਕਰਨ ਗਏ ਸੀ ਵੀ ਇਹਨਾਂ ਨੇ ਖੇਤੀ ਕਾਨੂੰਨ ਗਲਤ ਬਣਾਏ ਆ, ਇਸ ਕਰਕੇ ਇਹਨਾਂ ਦੀ ਤਾਂ ਗੱਲ ਲੋਕਾਂ ਨੇ ਸੁਣੀ ਨਹੀਂ, ਇਹਦਾ ਮਤਲਬ ਅਸੀਂ ਠੀਕ ਹੈ। ਫਿਰ ਇਹਦਾ ਪ੍ਰਚਾਰ ਕਰਕੇ ਤੇ ਇਸ ਅੰਦੋਲਨ ਨੂੰ ਉਖਾੜਨ ਦੀ ਕੋਸ਼ਿਸ਼ ਕਰਨਗੇ। ਇਹ ਗੱਲ ਕਿਸਾਨਾਂ ਨੂੰ ਪਤਾ ਹੈ, ਇਸੇ ਕਰਕੇ ਕਿਸਾਨਾਂ ਨੇ ਆਪਣੇ ਲੰਬੇ ਪ੍ਰੋਗਰਾਮ ਮਿੱਥ ਲਏ ਆ ਵੀ ਹੁਣ ਲੰਮਾ ਸਮਾਂ ਲੜਨਾ ਪੈਣਾ। ਇਸੇ ਕਰਕੇ ਮਈ ਦੇ ਪਹਿਲੇ ਹਫ਼ਤੇ ਹੀ, 1 ਮਈ ਤੋਂ ਬਾਅਦ 2 ਮਈ ਨੂੰ ਨਤੀਜੇ ਹੋਣੇ ਆ, ਤੇ 2 ਮਈ ਤੋਂ ਬਾਅਦ ਜਿਹੜਾ ਪਹਿਲੇ ਹਫ਼ਤੇ ਦੇ ਦੌਰਾਨ ਹੀ ਮਤਲਬ 5, 7, 8 ਮਈ ਦਾ ਕੋਈ ਦਿਨ ਤੈਅ ਹੋ ਸਕਦਾ ਹੈ ਵੀ ਪਾਰਲੀਮੈਂਟ ਘੇਰਨਾ, ਪੈਦਲ ਮਾਰਚ ਕਰਨਾ। ਇਹ ਹੋਕਾ ਦਿੱਤਾ ਗਿਆ ਕਿਸਾਨਾਂ ਵੱਲੋਂ। ਉਹ ਇਸੇ ਕਰਕੇ ਦਿੱਤਾ ਗਿਆ ਕਿ ਕਿਸਾਨ ਲੀਡਰਸ਼ਿਪ ਨੂੰ ਇਹ ਲੱਗਦਾ ਹੈ ਕਿ ਬੀਜੇਪੀ ਹਾਰ ਰਹੀ ਹੈ। ਬੀਜੇਪੀ ਪੱਛਮੀ ਬੰਗਾਲ ਦੇ ਵਿੱਚ ਵੀ ਜਿਹੜਾ ਉਹਨੇ ਇਰਾਦਾ ਕੀਤਾ ਵੀ 200 ਸੀਟਾਂ ਜਿੱਤਣੀਆਂ ਉਹ ਨਹੀਂ ਜਿੱਤ ਪਾਏਗੀ। ਬੀਜੇਪੀ ਅਸਾਮ ਦੇ ਵਿੱਚ ਵੀ ਟਫ ਫਾਈਟ ਦੇ ਵਿੱਚ ਹੈ ਤੇ ਉੱਥੇ ਵੀ ਉਹਦੀ ਜਿੱਤਣ ਦੀ ਸੰਭਾਵਨਾ ਘੱਟ ਹੈ ਕਿਸਾਨ ਲੀਡਰਸ਼ਿਪ ਦੇ ਮੁਤਾਬਕ। ਤੇ ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਲੜਾਈ ਭਾਵੇਂ ਲੰਬੀ ਹੋਣੀ ਹੈ ਪਰ 2 ਮਈ ਤੋਂ ਬਾਅਦ ਸਰਕਾਰ ਨੂੰ ਜਿਹੜਾ ਹੈ ਡਾਇਲੌਗ ਲਈ ਆਉਣਾ ਪਏਗਾ। ਸੋ ਇਹ ਗੱਲ ਪੱਕੀ ਹੈ ਕਿ ਹੁਣ 2 ਮਈ ਤੋਂ ਪਹਿਲਾਂ ਕੋਈ ਡਾਇਲੌਗ ਜਿਹੜਾ ਸਰਕਾਰ ਨਾਲ ਕਿਸੇ ਪਾਸੇ ਲੱਗਦਾ ਦਿਖਾਈ ਨਹੀਂ ਦੇ ਰਿਹਾ। ਸੋ ਲੜਾਈ ਲੰਬੀ ਚੱਲੇਗੀ। ਕਿਸਾਨ ਲੰਬੀ ਲੜਾਈ ਲੜਨ ਦੇ ਰੌਂ ਵਿੱਚ ਹੈ। ਐਤਕਾ ਗਰਮੀ ਬਹੁਤ ਪੈ ਰਹੀ ਹੈ। ਹੁਣੇ ਮੈਂ ਖਬਰ ਦੇਖ ਰਿਹਾ ਸੀ, ਮਤਲਬ ਅਮਰੀਕਾ ਤੋਂ ਲੈ ਕੇ ਯੂਰਪ ਤੇ ਯੂਰਪ ਤੋਂ ਲੈ ਕੇ ਹਿੰਦੁਸਤਾਨ ਤੱਕ ਘੱਟੋ ਘੱਟ 15-20 ਦਿਨ ਪਹਿਲਾਂ ਹੀ ਉਹ ਗਰਮੀ ਆ ਗਈ ਹੈ ਜਿਹੜੀ ਗਰਮੀ ਅੱਜ ਤੋਂ 15-20 ਦਿਨ ਬਾਅਦ ਹੋਣੀ ਸੀ। ਤੇ ਭਾਰਤ ਦੇ ਵਿੱਚ ਵੀ ਜਿਹੜਾ ਮਾਰਚ ਅਪ੍ਰੈਲ ਹੈ, ਮਤਲਬ ਮਾਰਚ ਲੰਘ ਗਿਆ, ਅਪ੍ਰੈਲ ਸ਼ੁਰੂ ਹੋ ਗਿਆ, ਮਈ ਵਾਲੀ ਗਰਮੀ ਇਸ ਵੇਲੇ ਦਿਖਾਈ ਦੇ ਰਹੀ ਹੈ। ਸੋ ਇਹ ਸਖਤ ਗਰਮੀ ਦੇ ਵਿੱਚ ਵੀ ਕਿਸਾਨ ਡਟੇ ਹੋਏ ਆ ਤੇ 2 ਮਹੀਨੇ ਲੰਘ ਜਾਣੇ ਆ ਗਰਮੀ ਦੇ, ਇਹ ਵੀ ਕੱਢ ਲੈਣਗੇ। ਤੇ ਇਨ ਬਿਟਵੀਨ ਬਾਲਟੀ ਦਾ ਕੰਮ ਚੱਲਿਆ ਜਾਣਾ, ਕਣਕ ਦੀ ਖਰੀਦ ਹੋ ਜਾਣੀ ਹੈ। ਹੋਰ 15 ਦਿਨਾਂ ਤੱਕ ਕਿਸਾਨਾਂ ਨੇ ਵਿਹਲੇ ਹੋ ਜਾਣਾ। ਫਿਰ ਉਹ 2-2.5 ਮਹੀਨੇ ਹੋਰ ਜ਼ਿਆਦਾ ਤਿੱਖੀ ਲੜਾਈ ਦੇਣ ਨੂੰ ਤਿਆਰ ਨੇ ਜੀ। ਸਵੀਟ ਮਹਿਲ ਦੇ ਸਹਿਯੋਗ ਨਾਲ ਤੁਸੀਂ ਸਾਡਾ ਖਬਰਾਂ ਦਾ ਸੈਗਮੈਂਟ ਦੇਖ ਰਹੇ ਹੋ, ਨਾਲ ਸੁਣ ਰਹੇ ਹੋ। ਤੇ ਇਸ ਦੇ ਨਾਲ ਸਕਾਈ ਇਮੀਗ੍ਰੇਸ਼ਨ, ਤੁਸੀਂ ਕੈਨੇਡਾ 'ਚ ਵਿਜ਼ਟਰ ਆਏ ਹੋ ਤਾਂ ਵੀ ਤੁਸੀਂ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। ਲੋਟਰੀ ਸਿਸਟਮ ਕਿੱਦਾਂ ਵਰਕ ਕਰਦਾ, ਇਸ ਬਾਰੇ ਪੂਰੀ ਜਾਣਕਾਰੀ ਤੁਸੀਂ ਲੈਣੀ ਚਾਹੁੰਦੇ ਹੋ, ਜਾਂ ਇਮੀਗ੍ਰੇਸ਼ਨ ਦਾ ਤੁਹਾਡਾ ਕੋਈ ਮਸਲਾ ਹੈ, ਕੇਸ ਰਿਫਿਊਜ਼ ਹੋ ਗਿਆ ਹੈ, ਤੁਹਾਡੇ ਕੋਲ ਕੋਈ ਸਟੇਟਸ ਨਹੀਂ ਹੈ, ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਸਕਾਈ ਇਮੀਗ੍ਰੇਸ਼ਨ ਤੋਂ ਅਮਰਦੀਪ ਹੋਣਾ ਦਾ ਨੰਬਰ 6472970968 647 297 0968 ਤੇ ਤੁਸੀਂ ਫੋਨ ਕਰ ਸਕਦੇ ਹੋ। ਕਿਸਾਨ ਸਾਹਿਬ, ਇੱਕ ਚੰਗੀ ਗੱਲ ਹੈ ਕਿ ਜਿਹੜਾ ਕਿਸਾਨਾਂ ਦੇ ਵਿੱਚ ਆਪਸੀ ਗੈਪ ਪਿਆ ਸੀ 26 ਜਨਵਰੀ ਨੂੰ ਲੈ ਕੇ, ਲੱਖਾ ਸਿਧਾਣਾ ਨੂੰ ਹੁਣ ਕਹਿ ਦਿੱਤਾ ਗਿਆ ਬਈ ਤੂੰ ਸਟੇਜ ਤੇ ਆ ਕੇ ਬੋਲ ਸਕਦਾ, ਤੇ ਦੀਪ ਸਿੱਧੂ ਦਾ ਸਿੰਘੂ ਬਾਰਡਰ ਦੇ ਉੱਤੇ ਜਨਮ ਦਿਨ ਮਨਾਇਆ ਗਿਆ। ਇਸ ਦੇ ਨਾਲ ਇਹ ਕਿ ਜਿਹੜਾ ਗੈਪ ਸੀ ਉਹ ਘਟ ਜਾਏਗਾ ਤੇ ਮੁੜ ਕੇ ਕਿਸਾਨ ਅੰਦੋਲਨ ਫਿਰ ਪਹਿਲਾਂ ਵਾਂਗ ਹੀ ਚੱਲੇਗਾ। ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਦੇਖੋ, ਕਿਸਾਨ ਅੰਦੋਲਨ 2 ਦਿਨ ਵਾਸਤੇ ਲੱਗਦਾ ਸੀ ਵੀ ਖਿੰਡ ਗਿਆ। 26 ਦੀ ਸ਼ਾਮ 27, ਮਤਲਬ 26 ਜਨਵਰੀ ਦੀ ਸ਼ਾਮ ਜਦੋਂ ਲਾਲ ਕਿਲ੍ਹੇ ਵਾਲੀ ਘਟਨਾ ਵਾਪਰਦੀ ਹੈ, 27 ਜਨਵਰੀ ਤੇ 28 ਦੇ ਸ਼ਾਮ ਤੱਕ, ਯਾਨੀ 2-2.5 ਦਿਨ ਵਾਸਤੇ ਲੱਗਦਾ ਸੀ ਵੀ ਕਿਸਾਨ ਅੰਦੋਲਨ ਖਿੰਡ ਗਿਆ ਤੇ ਚੱਕਿਆ ਗਿਆ। ਪਰ ਜਿਵੇਂ 28 ਦੀ ਸ਼ਾਮ ਨੂੰ ਜਿਸ ਤਰੀਕੇ ਨਾਲ ਰਕੇਸ਼ ਟਕੈਤ ਦੇ ਅਥਰੂ ਡਿੱਗੇ ਤੇ ਕਿਵੇਂ ਇਸ ਅੰਦੋਲਨ ਨੇ ਫੇਰ ਤੋਂ ਰਫ਼ਤਾਰ ਫੜੀ, ਤੇ ਅਸੀਂ ਇਹ ਗੱਲ ਬਾਰ-ਬਾਰ ਕਹੀ ਹੈ ਕਿ ਕਿਸਾਨ ਅੰਦੋਲਨ ਹੋਰ ਮਜ਼ਬੂਤ ਹੋਇਆ ਤੇ ਕੇਵਲ ਬਾਰਡਰ ਤੇ ਨਹੀਂ ਰਿਹਾ। ਉਸ ਘਟਨਾ ਤੋਂ ਬਾਅਦ ਇਹ ਅੰਦੋਲਨ ਸਾਰੇ ਦੇਸ਼ 'ਚ ਫੈਲ ਗਿਆ। ਸੋ ਕਿਸਾਨ ਅੰਦੋਲਨ ਮੁੜ ਕੇ ਚੜ੍ਹਦੀ ਕਲਾ 'ਚ ਹੈ। ਹਾਂ, ਇਹ ਜ਼ਰੂਰ ਹੈ ਵੀ ਜਿਹੜਾ ਇੱਕ ਬਾਰ-ਬਾਰ ਮੀਡੀਆ ਦਾ ਇੱਕ ਵੱਡਾ ਹਿੱਸਾ ਇਹ ਪੇਸ਼ ਕਰ ਰਿਹਾ ਜੀ, ਨੌਜਵਾਨ ਜੀ ਕਿਸਾਨ ਅੰਦੋਲਨ ਤੋਂ ਚਲੇ ਗਏ ਨੇ, ਨੌਜਵਾਨ ਵੱਖਰੇ ਆ ਜੀ, ਉਹਨਾਂ ਦੇ ਲੀਡਰ ਕੋਈ ਹੋਰ ਹੈ, ਇਹ ਕਿਸਾਨਾਂ ਦੀ ਲੀਡਰਸ਼ਿਪ ਨੂੰ ਬਦਲਣਾ ਚਾਹੁੰਦੇ ਆ। ਉਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਹਵਾ ਹੋ ਚੁੱਕੀਆਂ। ਦੂਜੀ ਗੱਲ, ਦੀਪ ਸਿੱਧੂ ਤੇ ਲੱਖੇ ਸਿਧਾਣੇ ਨੂੰ ਬਿਲਕੁਲ ਇੱਕ ਵਿਕ ਕਰਕੇ ਨਹੀਂ ਦੇਖਿਆ ਜਾ ਸਕਦਾ। ਉਹ ਦੋਨਾਂ ਦਾ ਆਪੋ ਆਪਣਾ ਇੱਕ ਕੰਮ ਕਰਨ ਦਾ ਤਰੀਕਾ ਹੈ, ਆਪੋ ਆਪਣੀ ਆਈਡੀਓਲੋਜੀ ਹੈ। ਦੀਪ ਸਿੱਧੂ ਦਾ ਜਨਮ ਦਿਨ ਮਨਾਇਆ ਗਿਆ, ਉਹਦੇ ਪ੍ਰਸ਼ੰਸਕਾਂ ਨੇ ਲਾਜ਼ਮੀ ਤੌਰ ਤੇ ਮਨਾਇਆ ਹੋਏਗਾ, ਪਰ ਉਹ ਜਨਮ ਦਿਨ ਕਿਸਾਨ ਜਥੇਬੰਦੀਆਂ ਵੱਲੋਂ ਨਹੀਂ ਮਨਾਇਆ ਗਿਆ। ਉਹਦੇ ਕੁਝ ਪ੍ਰਸ਼ੰਸਕ ਹੋਣਗੇ, ਮਨਾ ਲਿਆ, ਚੰਗੀ ਗੱਲ ਹੈ। ਆਪਣੇ ਜਿਹਨੂੰ ਉਹ ਪਸੰਦ ਕਰਦੇ ਆ ਉਹਨਾਂ ਨੇ ਉਹਦਾ ਮਨਾ ਲਿਆ ਜਨਮ ਦਿਨ। ਜ਼ਮਾਨਤ ਹਾਲੇ ਦੀਪ ਸਿੱਧੂ ਦੀ ਹੋ ਨਹੀਂ ਪਾ ਰਹੀ। ਕੱਲ ਵੀ ਉਹਨੂੰ ਜ਼ਮਾਨਤ ਨਹੀਂ ਮਿਲੀ ਤੇ ਇਸ ਕਰਕੇ ਕਿਉਂਕਿ ਜਿਹੜਾ ਜੱਜ ਸੀ ਉਹ ਗੈਰ ਹਾਜ਼ਰ ਸੀ ਤੇ ਅਗਲੇ ਹਫ਼ਤੇ ਤੇ ਗੱਲ ਚੱਲ ਗਈ ਹੈ। ਦੀਪ ਸਿੱਧੂ ਵਾਪਸੀ ਕਿੱਦਾਂ ਕਰਦਾ ਹੈ, ਜ਼ਮਾਨਤ ਤੇ ਆਉਣ ਤੋਂ ਬਾਅਦ ਇਸ ਅੰਦੋਲਨ ਚੋਂ ਕਿੱਦਾਂ ਆਉਣਾ ਚਾਹੁੰਦਾ, ਕੀ ਉਸ ਤਰੀਕੇ ਨਾਲ ਆਉਣਾ ਚਾਹੁੰਦਾ ਜਿਹੜਾ ਪਹਿਲਾ ਤਰੀਕਾ ਉਹਨੇ ਯੂਜ਼ ਕੀਤਾ ਸੀ? ਫਿਰ ਤਾਂ ਉਹ ਕਿਸਾਨ ਜਥੇਬੰਦੀਆਂ ਨਾਲ ਉਹਦਾ ਕੋਈ ਤਾਲਮੇਲ ਬੈਠਣ ਦਾ ਕੋਈ ਮਤਲਬ ਹੀ ਨਹੀਂ ਹੈ। ਲੱਖੇ ਸਿਧਾਣੇ ਦਾ ਵਾਪਸੀ ਹੋ ਗਈ ਹੈ, ਕਿਵੇਂ ਹੋਈ ਹੈ ਉਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਕੀ ਕਿਸਾਨ ਜਥੇਬੰਦੀਆਂ ਦੇ ਫੈਸਲੇ ਨੂੰ ਲੱਖਾ ਸਿਧਾਣਾ ਮੰਨਦਾ ਜਾਂ ਲੱਖਾ ਸਿਧਾਣੇ ਨੇ ਜਿਹੜੀ ਇੱਕ ਕੁਤਾਹੀ ਉਹਦੇ ਤੋਂ ਹੋਈ ਸੀ ਵੀ ਉਸ ਪਾਸੇ ਵੱਲ ਨੂੰ
ਜਨਵਰੀ ਨੂੰ ਉਹ ਤਾਂ ਇਹ ਜ਼ਰੂਰ ਚੱਲਦੀ ਹੈ ਕਿ ਕਿਸਾਨ ਜਥੇਬੰਦੀਆਂ ਜੀ ਲੱਖੇ ਸਿਧਾਣੇ ਨੂੰ ਨੇੜੇ ਕਿਉਂ ਨਹੀਂ ਲਾਉਂਦੀਆਂ। ਹੁਣ ਇਹ ਖਬਰ ਆ ਰਹੀ ਆ ਕੱਲ ਤੋਂ ਵੀ ਲੱਖਾ ਸਿਧਾਣਾ ਜਿਹੜੇ ਉਹਦੀ ਸੰਯੁਕਤ ਕਿਸਾਨ ਮੋਰਚੇ ਦੇ ਸਾਂਝੇ ਜਿਹੜਾ ਮੋਰਚਾ ਹੈ ਉਹਦੇ 'ਚ ਵਾਪਸੀ ਹੋ ਗਈ ਹੈ, ਪਰ ਉਹਦੇ ਨੋਰਮਸ ਕੀ ਨੇ ਕਿ ਸਾਂਝੇ ਕਿਸਾਨ ਮੋਰਚੇ ਵੱਲੋਂ ਲਏ ਗਏ ਫੈਸਲੇ ਜਿਹੜੇ ਆ ਉਹਨਾਂ ਨੂੰ ਇਨ ਬਿਨ ਲਾਗੂ ਕਰੇਗਾ ਲੱਖਾ ਸਿਧਾਣਾ, ਜਾਂ ਜਿਹੜੀਆਂ ਉਹਦੇ ਤੋਂ ਗਲਤੀਆਂ ਹੁੰਦੀਆਂ ਰਹੀਆਂ ਸਟੇਜ ਤੇ ਜਾ ਕੇ ਫਿਰ ਤੋਂ ਅਨੁਸ਼ਾਸਨ ਭੰਗ ਕਰਦਾ, ਕੁਝ ਹੋਰ ਗੱਲਾਂ ਕਹਿ ਦਿੰਦਾ ਤੇ ਫਿਰ ਥੋੜੀ ਮੁਸ਼ਕਲ ਵਾਲੀ ਸਥਿਤੀ ਵੀ ਬਣ ਸਕਦੀ ਹੈ। ਸੋ ਚਾਹੀਦਾ ਇਹ ਹੈ ਕਿ ਲੱਖਾ ਸਿਧਾਣਾ ਜਿਹਦੀ ਇੱਕ ਫਾਲੋਸ਼ਿਪ ਹੈਗੀ ਆ, ਮੰਨ ਲਓ ਉਹਨੂੰ ਨੌਜਵਾਨ ਜਿਹੜੇ ਆ ਪੰਜਾਬ ਦੇ, ਇਹ ਤਾਂ ਨਹੀਂ ਕਿ ਉਹਦੀ ਕੋਈ ਜਥੇਬੰਦੀ ਹੈ ਪਰ ਕਾਫੀ ਲੋਕ ਉਹਨੂੰ ਪਸੰਦ ਕਰਦੇ ਆ, ਸੋਸ਼ਲ ਮੀਡੀਆ ਤੇ ਇੱਕ ਆਈਕਨ ਦੇ ਤੌਰ ਤੇ ਉਹਨੂੰ ਲਿਆ ਜਾਂਦਾ ਹੈ ਤੇ ਇੱਕ ਫੇਸ ਉਹ ਬਣਿਆ ਹੋਇਆ, ਪਰ ਉਹਦੀ ਕੋਈ ਜਥੇਬੰਦੀ ਨਹੀਂ ਹੈ। ਸੋ 32 ਕਿਸਾਨ ਜਥੇਬੰਦੀਆਂ 'ਚ ਵਾਪਸੀ ਕਿਵੇਂ ਹੋਈ ਹੈ, ਉਹਦੀ ਕਿੱਦਾਂ ਹੋਈ ਹੈ, ਸਾਂਝੀਆਂ ਸਰਗਰਮੀਆਂ ਕਿੱਦਾਂ ਚੱਲਣਗੀਆਂ, ਇਹ ਇੱਕ ਦੋ ਦਿਨਾਂ 'ਚ ਬਹੁਤੀਆਂ ਚੀਜ਼ਾਂ ਜਿਹੜੀਆਂ ਏਦਾਂ ਦੀਆਂ ਸਾਹਮਣੇ ਆਉਣਗੀਆਂ। ਪਰ ਲੱਖੇ ਸਿਧਾਣੇ ਤੇ ਦੀਪ ਸਿੱਧੂ ਨੂੰ ਇਕੱਠਿਆਂ ਕਰਕੇ ਦੇਖਣ ਦੀ ਜਿਹੜੀ ਕੋਤਾਹੀ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਜਹਾਨ ਸਾਹਿਬ, ਥੋੜੀ ਜਿਹੀ ਗੱਲਬਾਤ ਕਰੀਏ ਕਿ ਕਰੋਨਾ ਨੇ ਦੁਨੀਆ ਭਰ ਦੇ ਵਿੱਚ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਕਿ ਕਈ ਹੁਣ ਲੋਕ ਇਹ ਖਬਰਾਂ ਇਹ ਆ ਰਹੀਆਂ ਨੇ ਕਿ ਜਿਹੜਾ 1917 ਤੋਂ ਲੈ ਕੇ 1919 ਤੱਕ ਜਿਹੜਾ ਸਪੈਨਿਸ਼ ਫਲੂ ਆਇਆ ਸੀ ਉਹਦੇ ਨਾਲ ਇਹਨੂੰ ਕੰਪੇਅਰ ਕੀਤਾ ਜਾ ਰਿਹਾ। ਉਦੋਂ ਵੀ ਇਸੇ ਤਰ੍ਹਾਂ ਇੱਕ ਵੇਵ ਆਈ, ਦੂਜੀ ਆਈ, ਫਿਰ ਤੀਜੀ ਆਈ, ਜਿਸ ਦੇ ਨਾਲ ਮਿਲੀਅਨ ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ। ਦੇਖੋ, ਮੈਂ ਸਮਝਦਾ ਇਹ ਹੈ ਕਿ ਜਿਹੜੇ ਵਾਇਰਸ ਨੇ ਜੀ ਇਹ ਪੈਦਾ ਤੋਂ ਨੇ ਤੇ ਵੱਖਰੇ ਵੱਖਰੇ ਵਾਇਰਸ ਨੇ ਤੇ ਇਹ ਲਗਾਤਾਰ ਬਦਲਦੇ ਰਹਿੰਦੇ ਨੇ, ਕੁਝ ਨਵੇਂ ਵਾਇਰਸ ਵੀ ਇਹਦੇ 'ਚ ਸ਼ਾਮਲ ਹੁੰਦੇ ਜਾਂਦੇ ਨੇ ਤੇ ਸਮੇਂ-ਸਮੇਂ ਤੇ ਨਾਂ ਵੱਖਰੇ ਹੋ ਜਾਂਦੇ ਨੇ। ਤੇ ਇਹ ਜਿਹੜਾ ਹੁਣ ਕਰੋਨਾ ਵਾਇਰਸ ਹੈ ਇਹ ਨਹੀਂ ਕਿ ਕੋਈ ਨਵਾਂ ਵਾਇਰਸ ਹੈ, ਵਾਇਰਸ ਪਹਿਲਾਂ ਤੋਂ ਹੀ ਹੈ ਪਰ ਇਹ ਜ਼ਿਆਦਾ ਐਕਟਿਵ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਹੋਇਆ ਉਹਦੇ ਕੋਈ ਕਾਰਨ ਹੋ ਸਕਦੇ ਆ ਤੇ ਉਹ ਕਾਰਨ ਜਿਹੜੇ ਮਾਹਰ ਲੋਕ ਆਪਣੇ ਤਰੀਕੇ ਦੇ ਨਾਲ ਉਹਨੂੰ ਕਹਿ ਲਓ ਵੀ ਦੇਖਦੇ ਆ, ਸੋਚਦੇ ਆ। ਪਰ ਇਹ ਜ਼ਰੂਰ ਹੈ ਕਿ ਇੱਕ ਸਾਲ ਤੋਂ ਸਾਰੀ ਦੁਨੀਆ ਜਿਹੜੀ ਹੈ ਇੱਕ ਕਿਸਮ ਦੀ ਬੰਦਕ ਬਣੀ ਹੋਈ ਹੈ, ਘਰਾਂ 'ਚ ਤਾੜ ਦਿੱਤੀ ਗਈ ਹੈ। ਲੱਗਦਾ ਸੀ ਕਿ ਸ਼ਾਇਦ ਸਾਰਾ ਕੁਝ ਠੀਕ ਹੋਣ ਜਾ ਰਿਹਾ ਹੈ, ਅਚਾਨਕ ਹੀ ਫਿਰ ਨਵੇਂ ਸਿਰੋਂ ਦੁਨੀਆ ਭਰ ਦੇ ਵਿੱਚ ਫਿਰ ਤੋਂ ਉਹੀ ਕੁਝ ਦਿਖਾਈ ਦੇ ਰਿਹਾ ਹੈ। ਹੁਣ ਇਹ ਖਬਰ ਆ ਰਹੀ ਹੈ ਫਰਾਂਸ ਵਿੱਚ 3 ਹਫ਼ਤਿਆਂ ਵਾਸਤੇ ਸਕੂਲ ਬੰਦ ਕਰ ਦਿੱਤੇ ਗਏ ਆ, ਜਿਹੜੀਆਂ ਡੋਮੈਸਟਿਕ ਫਲਾਈਟਸ ਜਿਹੜੀਆਂ ਉਹਦੇ ਤੇ 1 ਮਹੀਨੇ ਲਈ ਪਾਬੰਦੀ ਲਾ ਦਿੱਤੀ ਗਈ ਹੈ। ਤੇ ਇਹ ਵੀ ਖਬਰ ਆਈ ਹੈ ਕਿ ਜੌਨਸਨ ਐਂਡ ਜੌਨਸਨ ਦੀ 1.5 ਕਰੋੜ ਵੈਕਸੀਨ ਜਿਹੜੀ ਹੈ ਕਿਸੇ ਕਾਰਨ ਜਿਹੜੀ ਹੈ ਉਹ ਬਰਬਾਦ ਹੋ ਗਈ ਹੈ ਤੇ ਗੜਬੜੀ ਕੋਈ ਹੋਈ ਹੈ। ਬਾਲਟੀਮੋਰ ਦੇ ਵਿੱਚ ਇਮਰਜੈਂਟ ਬਾਇਓ ਸੋਲਿਊਸ਼ਨ ਨਾਂ ਦੀ ਇੱਕ ਕੰਪਨੀ ਜਿੱਥੇ ਕੋਈ ਗੜਬੜੀ ਹੋਈ ਹੈ, ਕਿਹਾ ਗਿਆ ਵੀ ਜੌਨਸਨ ਐਂਡ ਜੌਨਸਨ ਦੀ ਜਿਹੜੀ 1.5 ਕਰੋੜ ਜਿਹੜੀ ਵੈਕਸੀਨ ਹੈ ਉਹ ਖਰਾਬ ਹੋ ਗਈ, ਉਹਦੇ 'ਚ ਕੋਈ ਨਾ ਕੋਈ ਕਿਤੇ ਨਾ ਕਿਤੇ ਵਾਇਰਸ ਕੋਈ ਹੋਰ ਆ ਵੜਿਆ, ਕੀ ਹੋਇਆ ਕੁਛ ਨਹੀਂ ਪਤਾ, ਜੇ ਡਿਟੇਲ ਆਊਗੀ। ਬ੍ਰਾਜ਼ੀਲ ਤੋਂ ਖਬਰ ਆ ਰਹੀ ਹੈ ਬਈ ਲਗਾਤਾਰ ਰਿਕਾਰਡ ਜਾਨਾਂ ਜਿਹੜੀਆਂ ਬ੍ਰਾਜ਼ੀਲ 'ਚ ਜਾ ਰਹੀਆਂ, 3950 ਮੌਤਾਂ ਜਿਹੜੀਆਂ ਆ ਬੁੱਧਵਾਰ ਨੂੰ ਬ੍ਰਾਜ਼ੀਲ ਦੇ ਵਿੱਚ ਹੋਈਆਂ ਤੇ ਇਸੇ ਤਰ੍ਹਾਂ ਬਾਕੀ ਥਾਵਾਂ ਤੋਂ ਵੀ ਆ ਰਹੀਆਂ। ਸੋ ਕਰੋਨਾ ਦੀ ਅਪਡੇਟਸ ਜਿਹੜੀਆਂ ਆ ਰਹੀਆਂ ਭਾਰਤ ਦੇ ਹਵਾਲੇ ਨਾਲ ਜੇ ਗੱਲ ਕਰੀਏ ਤੇ ਭਾਰਤ ਦੇ ਵਿੱਚ ਵੀ ਬੜੀ ਤੇਜ਼ੀ ਦੇ ਨਾਲ ਫੇਰ ਤੋਂ ਕਰੋਨਾ ਜਿਹੜਾ ਫੈਲ ਰਿਹਾ। ਭਾਰਤ ਦੇ ਵਿੱਚ ਜਿਹੜਾ ਵੈਕਸੀਨ ਦਾ ਮਸਲਾ ਵੀ ਹੈਗਾ ਆ, ਇਹਦੇ ਸਟੈਂਡਰਡ ਤੇ ਕੋਵੈਕਸਿਨ ਜਿਹੜੀ ਆ ਵੈਕਸੀਨ ਉਹਦੀ ਮੈਨੂਫੈਕਚਰਿੰਗ ਸਟੈਂਡਰਡ ਤੇ ਕੁਐਸਚਨ ਉੱਠ ਰਹੇ ਆ। ਭਾਰਤ ਬਾਇਓਟੈਕ ਦੀ ਜਿਹੜੀ ਵੈਕਸੀਨ ਹੈ ਉਹਦੇ ਜਿਹੜੇ ਮਾਪਦੰਡ ਹੈ ਉਹਨੂੰ ਉਹ ਪੂਰਾ ਨਹੀਂ ਕਰ ਪਾ ਰਹੇ, ਇਸ ਕਰਕੇ ਇਹਦੀ ਵਰਤੋਂ ਸੰਭਵ ਨਹੀਂ ਹੈ। ਏਦਾਂ ਦੀਆਂ ਖਬਰਾਂ ਵੀ ਆ ਰਹੀਆਂ। ਟਾਪ ਜਿਹੜੇ ਕਰੋਨਾ ਵਾਇਰਸ ਤੋਂ ਪੀੜਿਤ ਮੁਲਕ ਨੇ ਉਹਦੇ 'ਚ ਇਸ ਵੇਲੇ ਅਮਰੀਕਾ ਹਾਲੇ ਵੀ ਸਭ ਤੋਂ ਉੱਤੇ ਬਣਿਆ ਹੋਇਆ, ਬ੍ਰਾਜ਼ੀਲ ਦੂਜੇ ਨੰਬਰ ਤੇ ਆ, ਭਾਰਤ ਤੀਜੇ ਨੰਬਰ ਤੇ ਹੈ। ਫਿਰ ਕੁਝ ਯੂਰਪ ਦੇ ਮੁਲਕ ਨੇ, ਫਰਾਂਸ ਹੈ, ਰੂਸ ਹੈ, ਬਰਤਾਨੀਆ ਆ, ਇਟਲੀ, ਤੁਰਕੀ, ਸਪੇਨ ਤੇ ਜਰਮਨੀ। ਇਹ 10 ਮੁਲਕ ਨੇ ਜਿੱਥੇ ਸਭ ਤੋਂ ਜ਼ਿਆਦਾ ਕਰੋਨਾ ਵਾਇਰਸ ਜਿਹੜਾ ਹੈ ਉਹ ਦਿਖਾਈ ਦੇ ਰਿਹਾ। ਰਹੀ ਹੈ ਕਿ ਮਹਾਰਾਸ਼ਟਰ ਦੇ ਵਿੱਚ ਪੂਨੇ 'ਚ ਕੱਲ ਤੋਂ 7 ਦਿਨ ਦਾ ਮਿਨੀ ਲੋਕਡਾਊਨ ਲਾ ਦਿੱਤਾ ਗਿਆ। ਈਵਨ ਵਿਆਹਾਂ ਤੇ ਅੰਤਮ ਸੰਸਕਾਰ ਜਿਹੜੇ ਹੋ ਰਹੇ ਉਸ ਤੋਂ ਇਲਾਵਾ ਜਿੰਨੇ ਵੀ ਪਬਲਿਕ ਪ੍ਰੋਗਰਾਮ ਰੋਕ ਦਿੱਤੇ ਗਏ ਆ। ਈਵਨ ਸਾਡੇ ਚੰਡੀਗੜ੍ਹ ਦੇ ਪੰਜਾਬ ਦੇ ਵਿੱਚ ਵੀ 20 ਬੰਦਿਆਂ ਤੋਂ ਜ਼ਿਆਦਾ ਜਿਹੜੇ ਆ ਅੰਤਮ ਸੰਸਕਾਰ 'ਚ ਲੋਕ ਨਹੀਂ ਜਾ ਸਕਦੇ। ਕੱਲ ਨੂੰ ਅਸੀਂ ਤਾਰਨ ਗੁਜਰਾਲ ਜਿਹੜੇ ਸਾਡੇ ਲੇਖਕ ਸੀਗੇ ਉਹਨਾਂ ਦੀ ਮੌਤ ਹੋ ਗਈ ਸੀ, ਕੱਲ ਨੂੰ ਅਸੀਂ ਉਹਨਾਂ ਦਾ ਸੰਸਕਾਰ ਕਰਨਾ ਤੇ ਬੜੀ ਮੁਸ਼ਕਲ ਦੇ ਨਾਲ ਬਹੁਤ ਸ਼ਾਰਟ ਲਿਸਟ ਕਰਕੇ 20 ਲੋਕ ਜਿਹੜੇ ਆ ਉੱਥੇ ਕਿਹਾ ਗਿਆ ਵੀ ਇਹੀ ਲੋਕ ਆਉਣ, ਹੋਰ ਕੋਈ ਨਾ ਆਵੇ। ਸੋ ਬੜਾ ਕੁਝ ਬਦਲ ਦਿੱਤਾ ਹੈ ਕਰੋਨਾ ਨੇ, ਬਹੁਤ ਕੁਝ ਜੀਉਣ ਦੇ ਢੰਗ ਤਰੀਕੇ ਬਦਲ ਦਿੱਤੇ ਆ। ਪਰ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ, ਅਸੀਂ ਰਾਤ ਵੀ ਗੱਲ ਕਰ ਰਹੇ ਸੀ, ਕੁਝ ਦੋਸਤ ਬੈਠੇ ਸੀਗੇ ਤੇ ਇਹ ਗੱਲ ਕਰਦੇ ਸੀ ਵੀ ਜੋ ਦਹਿਸ਼ਤ, ਜੋ ਡਰ ਇਹਨਾਂ ਦਿਨਾਂ ਦੇ ਵਿੱਚ ਪਿਛਲੇ ਸਾਲ ਸੀ ਉਹ ਬਿਲਕੁਲ ਨਹੀਂ ਹੈ ਇੱਥੇ।
ਮਤਲਬ ਘੱਟੋ ਘੱਟ ਪੰਜਾਬ ਦੇ ਵਿੱਚ ਤਾਂ ਉਹ ਡਰ ਬਿਲਕੁਲ ਨਹੀਂ ਹੈ। ਇਹ ਠੀਕ ਆ, ਉਹਦੀ ਇੱਕ ਗਿਣਤੀ ਆ ਰਹੀ ਹੈ, ਹਾਂ ਵੀ ਇੰਨੇ ਲੋਕ ਹੋਰ ਮਰ ਗਏ, 59 ਲੋਕ ਹੋਰ 24 ਘੰਟਿਆਂ 'ਚ ਮਰ ਗਏ, 2000 ਨਵੇਂ ਮਰੀਜ਼ ਆ ਗਏ ਜੀ। ਪਰ ਤੁਸੀਂ ਇੱਥੇ ਡਰ ਪੈ ਕੋਈ ਨਹੀਂ ਦੇਖਦੇ। ਕਿਸੇ ਕੋਲ ਜਿਹੜਾ ਰੂਟੀਨ ਦੇ ਵਿੱਚ ਜੇ ਕੋਈ ਮਾਸਕ ਵੀ ਲਾਉਂਦਾ ਹੈ ਤਾਂ ਉਹ ਸਿਰਫ ਇਸ ਕਰਕੇ ਲਾਉਂਦਾ ਆ ਸੜਕ ਤੇ ਨਿਕਲਦਾ ਹੋਇਆ ਕਿ ਚਲਾਨ ਨਾ ਮੇਰਾ ਹੋ ਜਾਏ। ਉਹ ਜੇ ਰੂਟੀਨ 'ਚ ਮਾਰਕੀਟ 'ਚ ਘੁੰਮਦੇ ਫਿਰਦੇ ਕਿਤੇ ਵੀ ਤੁਹਾਨੂੰ ਕੋਈ ਮਾਸਕ ਮੂਸਕ ਵੀ ਨਹੀਂ ਦਿਖਾਈ ਦਿੰਦਾ। ਘਰਾਂ ਦੇ ਵਿੱਚ ਵੀ ਜਿਵੇਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਪਹਿਲਾਂ ਅਵੇਅਰਨੈਸ ਦੇ ਤੌਰ ਦੇ ਉੱਤੇ ਕੀਤੀਆਂ ਗਈਆਂ ਵੀ ਹਾਂ ਹਰ ਚੀਜ਼ ਘਰ 'ਚ ਜਿਹੜੀ ਆਉਣੀ ਹੈ ਉਹਦੀ ਪੂਰੀ ਤਰ੍ਹਾਂ ਨੂੰ ਵਾਸ਼ ਕਰਨਾ, ਸਾਰਾ ਕੁਝ ਕਰਨਾ, ਉਹ ਵੀ ਕੰਮ ਖਤਮ ਹੈ ਹੁਣ। ਸੋ ਡਰ ਭੈ ਕੋਈ ਨਹੀਂ ਹੈ ਤੇ ਡਰ ਭੈ ਖਤਮ ਹੋਣ ਦੇ ਨਾਲ ਇਹ ਹੋ ਜਾਂਦਾ ਹੁੰਦਾ ਹੈ ਕਿ ਜਿਹੜੀ ਇੱਕ ਸਪੀਡ ਹੁੰਦੀ ਹੈ ਜਾਂ ਸ਼ਿੱਦਤ ਹੁੰਦੀ ਹੈ ਕਿਸੇ ਬਿਮਾਰੀ ਦੀ, ਉਹ ਘਟ ਜਾਇਆ ਕਰਦੀ ਹੈ। ਬਹੁਤੀਆਂ ਮੌਤਾਂ ਜਿਹੜੀਆਂ ਆ ਡਰ ਕਰਕੇ ਹੁੰਦੀਆਂ। ਤੇ ਇੱਕ ਖਬਰ ਇਹ ਵੀ ਹੈ ਜਿਹੜੀ ਬਾਰ-ਬਾਰ ਸਾਡੇ ਸਾਹਮਣੇ ਆਉਂਦੀ ਹੈ ਵੀ ਜਿੰਨੀਆਂ ਵੀ ਡੈਥਸ ਹੈ ਉਹਨਾਂ ਲਈ ਜ਼ੁਬਾਨੀ ਕਲਾਮੀ ਇਹ ਕਿਹਾ ਗਿਆ ਕਿ ਇਹ ਕਰੋਨਾ ਦੇ ਖਾਤੇ 'ਚ ਹੀ ਪਾਉਣੀ ਹੈ। ਹੁਣ ਜਿਵੇਂ ਹੁਣ ਸਾਡੇ ਸਾਹਮਣੇ ਘਟਨਾ ਵਾਪਰੀ ਹੈ ਵੀ ਤਾਰਨ ਗੁਜਰਾਲ ਹੋਰਾਂ ਦੀ ਜਿਹੜੀ ਮੌਤ ਹੈ ਉਹ ਕਰੋਨਾ ਨਾਲ ਨਹੀਂ ਹੋਈ, ਉਹ ਤਾਂ ਕਈ ਦਿਨ ਤੋਂ ਬਿਮਾਰ ਸੀ। ਉਹਨਾਂ ਦੀ ਕਲੌਟਸ ਬਣੇ ਹੋਏ ਸੀਗੇ, ਉਹਨਾਂ ਦੀ ਕਿਡਨੀ ਦੀ ਪ੍ਰੋਬਲਮ ਸੀ, ਕੋਈ ਹੋਰ ਪ੍ਰੋਬਲਮ ਸੀਗੀਆਂ ਨਾਲ, 90 ਸਾਲ ਦੀ ਉਮਰ ਸੀ ਤੇ ਉਹ ਸਾਡੇ ਹੱਥਾਂ 'ਚ ਹੀ ਸਾਰਾ ਕੁਝ ਹੋਇਆ। ਤੇ ਅੱਜ ਇੱਕ ਅਖਬਾਰ ਨੇ ਖਬਰ ਲਾਤੀ ਵੀ ਤਾਰਨ ਗੁਜਰਾਲ ਦੀ ਜਿਹੜੀ ਮੌਤ ਹੈ ਕਰੋਨਾ ਕਰਕੇ ਹੋਈ ਹੈ। ਸੋ ਜਿਹੜਾ ਡਰ ਜਾਂ ਪੈਦਾ ਕਰਨ ਦੀ ਇੱਕ ਕੋਸ਼ਿਸ਼ ਮੀਡੀਆ ਵੱਲੋਂ ਵੀ ਹੁੰਦੀ ਹੈ। ਔਰ ਇਹ ਆ ਵੀ ਕਰਫਿਊ ਜਿਹੜਾ ਨਾਈਟ ਦਾ ਸੀ ਉਹ ਵੀ ਅੱਗੇ ਨਾਲੋਂ ਜਿਹੜਾ ਥੋੜਾ ਬਦਲ ਦਿੱਤਾ ਗਿਆ। ਚੰਡੀਗੜ੍ਹ 'ਚ ਕਰਫਿਊ ਚੱਕ ਦਿੱਤਾ ਗਿਆ ਹੈ ਨਹੀਂ। ਪੰਜਾਬ ਦੇ ਵਿੱਚ ਪਹਿਲਾਂ 11 ਵਜੇ ਰਾਤ ਨੂੰ ਹੁੰਦਾ ਸੀ, ਫਿਰ 9 ਵਜੇ ਕਰਤਾ ਸੀ, ਕੱਲ 10 ਵਜੇ ਤੋਂ ਕਰਤਾ ਹੈ। ਸੋ ਇਹ ਸਿਚੁਏਸ਼ਨ ਹੈ। ਸੋ ਇਹਦੇ ਤੋਂ ਡਰਨ ਵਾਲੀ ਲੋੜ ਨਹੀਂ, ਚੌਕਸੀ ਰੱਖਣ ਦੀ ਬਹੁਤ ਜ਼ਰੂਰਤ ਹੈ ਜੀ। ਦਸਾਂਝ ਸਾਹਿਬ ਤੁਹਾਡਾ ਬਹੁਤ ਧੰਨਵਾਦ। ਕੱਲ੍ਹ ਦੇ ਪ੍ਰੋਗਰਾਮ 'ਚ ਆਪਣੀ ਫਿਰ ਗੱਲਬਾਤ ਹੋਏਗੀ। ਥੈਂਕ ਯੂ ਸੋ ਮਚ। ਸ਼ੁਕਰੀਆ, ਮਿਹਰਬਾਨੀ। ਇਹ ਸਨ ਖਬਰਾਂ ਤੁਹਾਡੇ ਅਸੀਂ ਪੇਸ਼ ਕੀਤੀਆਂ ਹਮੇਸ਼ਾ ਦੀ ਤਰ੍ਹਾਂ ਸਵੀਟ ਮਹਿਲ ਦੇ ਸਹਿਯੋਗ ਦੇ ਨਾਲ। ਸਵੀਟ ਮਹਿਲ 680 ਰੈਕਸਟਲ ਤੇ ਹੈ, ਹੰਬਰਵੁੱਡ ਰੈਕਸਟਲ ਦੇ ਬਿਲਕੁਲ ਕੋਨੇ ਤੇ 416 679 9191। ਇਸ ਨਾਲ ਜਿੱਦਾਂ ਤੁਹਾਨੂੰ ਅਸੀਂ ਦੱਸਦੇ ਹੀ ਆ ਰਹੇ ਹਾਂ ਕਿ ਸਟੀਵਨ ਫਰਨੀਚਰ ਦੇ ਉੱਤੇ ਇਸ ਲੌਂਗ ਵੀਕਐਂਡ ਦੇ ਉੱਤੇ ਬਹੁਤ ਵੱਡੀ ਸੇਲ ਲੱਗੀ ਹੋਈ ਹੈ। ਇਸ ਨਾਲ ਦੱਸ ਦਈਏ ਕਿ ਭਾਵੇਂ ਲੋਕਡਾਊਨ ਹੈ ਪਰ ਸਟੀਵਨ ਫਰਨੀਚਰ ਖੁੱਲ੍ਹਾ ਹੋਏਗਾ। 25% ਕਪੈਸਿਟੀ ਦੇ ਨਾਲ ਤੁਸੀਂ ਜਾ ਕੇ ਸ਼ਾਪਿੰਗ ਕਰ ਸਕਦੇ ਹੋ ਇਸ ਵੀਕਐਂਡ ਦੇ ਉੱਤੇ। ਤੋ ਪੂਰੀ ਜਾਣਕਾਰੀ ਅਸੀਂ ਸਾਂਝੀ ਕਰਨ ਜਾ ਰਹੇ ਹਾਂ ਜਸਵੀਰ ਭਾਜੀ ਦੇ ਨਾਲ। ਸਟੀਵਨ ਫਰਨੀਚਰ ਸਟਰੀਟ ਟਾਊਨ ਦੇ ਬਿਲਕੁਲ ਕੋਨੇ ਤੇ ਹੈ, 905 790 0560। ਭਾਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਬਹੁਤ ਭਾਜੀ ਵੈਰੀ ਗੁੱਡ ਮਾਰਨਿੰਗ। ਸਭ ਤੋਂ ਪਹਿਲਾਂ ਤਾਂ ਆਪ ਜੀ ਨੂੰ ਵੀ ਤੇ ਸਾਰੇ ਦੇਖ ਤੇ ਸੁਣ ਰਹੇ ਦਰਸ਼ਕਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਗੁੱਡ ਮਾਰਨਿੰਗ। ਗੁੱਡ ਮਾਰਨਿੰਗ, ਥੈਂਕ ਯੂ ਸੋ ਮਚ। ਤੇ ਆਹ ਲੌਂਗ ਵੀਕਐਂਡ ਹੈ, ਗੁੱਡ ਫਰਾਈਡੇ ਦੀ ਸੇਲ ਭਾਵੇਂ ਪਿਛਲੇ ਵੀਕਐਂਡ ਤੋਂ ਆਪਾਂ ਸ਼ੁਰੂ ਕੀਤੀ ਹੋਈ ਆ, ਪਰ ਲੋਕਾਂ ਨੇ ਜਿਨ੍ਹਾਂ ਨੇ ਫਰਨੀਚਰ ਲੈਣਾ ਉਹਨਾਂ ਨੂੰ ਤੁਸੀਂ ਇੱਕ ਵਾਰੀ ਹੋਕਾ ਦੇ ਦਿਓ ਕਿ ਆਹ ਜਿਹੜੀਆਂ ਪ੍ਰਾਈਸਿਸ ਨੇ ਗੁੱਡ ਫਰਾਈਡੇ ਲੌਂਗ ਵੀਕਐਂਡ ਦੀ ਸੇਲ ਜਿਹੜੀ ਹੈ ਇਹ ਪ੍ਰਾਈਸਿਸ ਦੁਬਾਰਾ ਨਹੀਂ ਮਿਲ ਸਕਦੀਆਂ। ਹਾਂਜੀ ਬਿਲਕੁਲ ਡੈਫੀਨਿਟਲੀ ਜਿਹੜੀਆਂ ਇਹ ਡੀਲਸ ਹੁੰਦੀਆਂ ਨੇ ਲੌਂਗ ਵੀਕਐਂਡ ਤੇ ਸਪੈਸ਼ਲ ਫਰਨੀਚਰ ਦੀ ਆਈਟਮ ਦੇ ਉੱਤੇ ਉਹ ਦੁਬਾਰਾ ਨਹੀਂ ਮਿਲ ਸਕਦੀਆਂ ਕਿਉਂਕਿ ਬੜੀ ਲਿਮਿਟਡ ਕੁਆਂਟੀਟੀ ਹੁੰਦੀ ਹੈ ਤੇ ਪ੍ਰਾਈਸ ਬੜੀ ਐਗਰੈਸਿਵ ਹੁੰਦੀ, ਬਹੁਤ ਹੀ ਬਾਟਮ ਰੌਕ ਕਰਕੇ ਲਗਾਈਆਂ ਹੁੰਦੀਆਂ। ਮੋਸਟ ਆਫ ਦੀ ਆਈਟਮ ਜਿਹੜੀਆਂ ਜ਼ਿਆਦਾ ਤੋਂ ਜ਼ਿਆਦਾ ਜਿਹੜੀਆਂ ਫਰਨੀਚਰ ਦੀ ਆਈਟਮ ਐਕਸਕਿਊਜ਼ ਮੀ ਜੀ ਉਹ ਬਿਲੋ ਕਾਸਟ ਪ੍ਰਾਈਸ ਦੇ ਉੱਤੇ ਕਲੀਅਰ ਕੀਤੀਆਂ ਜਾ ਰਹੀਆਂ ਹੁੰਦੀਆਂ ਨੇ। ਸੋ ਆਪਣੇ ਕੋਲ ਰਿਕਲਾਈਨਰ ਸੋਫਾ ਸੈਟ ਹੈ ਫੈਮਿਲੀ ਰੂਮ ਵਾਸਤੇ ਜਿਹੜਾ ਕਲੀਅਰ ਕੀਤਾ ਜਾ ਰਿਹਾ ਹੈ। 2 ਪੀਸਸ ਸੋਫਾ ਲਵ ਸੀਟ ਵਿਦ ਮਲਟੀ ਫੰਕਸ਼ਨ ਤਕਰੀਬਨ $29.99 ਦਾ ਸੀਗਾ, ਉਹ ਘਟਾ ਕੇ $1899 ਦੇ ਵਿੱਚ ਲਗਾਇਆ ਹੋਇਆ। ਸੋ ਇਸ ਤਰ੍ਹਾਂ ਹੀ ਆਪਣੇ ਕੋਲ ਜਿਹੜਾ ਸੈਕਸ਼ਨਲ ਸੋਫਾ ਸੈਟ ਹੈ $1499 ਵਾਲਾ ਉਹ ਸਿਰਫ ਤੇ ਸਿਰਫ ਦਿੱਤਾ ਜਾ ਰਿਹਾ ਹੈ $1099 ਦੇ ਵਿੱਚ। $400-500 ਦੀ ਸੇਵਿੰਗ ਇਹਦੇ ਚ ਹੈ। ਇੱਕ ਹੋਰ ਸੈਕਸ਼ਨਲ ਸੋਫਾ ਸੈਟ ਹੈ ਆਪਣੇ ਕੋਲ ਫੈਬਰਿਕ ਦੇ ਵਿੱਚ $1200 ਵਾਲਾ, ਉਹ ਜਿਹੜਾ ਸਿਰਫ ਤੇ ਸਿਰਫ $599 ਚ ਲੱਗਿਆ ਹੋਇਆ। ਇਸ ਤਰ੍ਹਾਂ ਹੀ ਬੈਡਰੂਮ ਸੈੱਟ ਦੇ ਵਿੱਚ ਆ ਜਾਈਏ ਤਾਂ $1900 ਦਾ ਜਿਹੜਾ ਬੈਡਰੂਮ ਸੈੱਟ ਸੀਗਾ ਉਹ ਤੁਹਾਨੂੰ ਮਿਲ ਰਿਹਾ ਸਿਰਫ ਤੇ ਸਿਰਫ $1199 ਦੇ ਵਿੱਚ। ਐਂਡ $1500 ਵਾਲਾ ਬੈਡਰੂਮ ਸੈੱਟ ਸੀ ਜਿਹੜਾ ਉਹ ਘਟਾ ਕੇ ਦਿੱਤਾ ਜਾ ਰਿਹਾ ਸਿਰਫ ਤੇ $899 ਦੇ ਵਿੱਚ। ਐਂਡ 6 ਪੀਸ ਬੈਡਰੂਮ ਸੈੱਟ ਜੇ ਤੁਸੀਂ ਦੇਖ ਰਹੇ ਹੋ $1200 ਤੋਂ ਘਟਾ ਕੇ ਸਿਰਫ ਤੇ ਸਿਰਫ $699 ਤੇ ਚੁਆਇਸ ਆਫ ਕਲਰ ਦੇ ਨਾਲ। ਬਹੁਤ ਜੀ ਬਹੁਤ ਸਾਰੀਆਂ ਡੀਲਸ ਨੇ ਜਿਹੜੀਆਂ ਉਹ ਲੋਐਸਟ ਪ੍ਰਾਈਸ ਦੇ ਉੱਤੇ ਨੇ ਤੇ ਮੈਂ ਗੁਜ਼ਾਰਿਸ਼ ਕਰੂੰਗਾ ਆਪਣੇ ਸਰੋਤਿਆਂ ਨੂੰ ਕਿ ਆਪਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 25% ਕੈਪੈਸਿਟੀ ਦੇ ਨਾਲ ਆਪਾਂ ਸਰਵ ਕਰ ਸਕਦੇ ਆ ਆਪਣੇ ਕਸਟਮਰਸ ਨੂੰ। ਤੁਸੀਂ ਆਓ ਪੂਰੇ ਪ੍ਰੀਕਾਸ਼ਨ ਦੇ ਨਾਲ, ਤੁਹਾਨੂੰ ਉੱਥੇ ਆਪਣਾ ਜਿਹੜਾ ਸਟੀਵਨ ਫਰਨੀਚਰ ਦਾ ਸਟਾਫ ਅਟੈਂਡ ਕਰੇਗਾ
हैंड सैनिटाइजर है, ग्लव्स ने, ਤੁਸੀਂ सोशल डिस्टेंसिंग ਦੇ ਵਿੱਚ ਰਹਿ ਕੇ ਆਪਣੇ ਜਿਹੜੇ ਫਰਨੀਚਰ ਦੀਆਂ ਜ਼ਰੂਰਤ ਨੇ ਉਹਨਾਂ ਨੂੰ ਤੁਸੀਂ ਪੂਰਾ ਕਰ ਸਕਦੇ ਹੋ, ਆਪਣੀ ਖਰੀਦਦਾਰੀ ਕਰ ਸਕਦੇ ਹੋ। ਸੋ ਸਟੀਵਨ ਫਰਨੀਚਰ ਤੇ ਬਰੈਂਪਟਨ ਦੇ ਵਿੱਚ ਸਟੀਲਸ ਐਂਡ ਟੋਰਰੂਮ ਦਾ ਮੇਨ ਇੰਟਰਸੈਕਸ਼ਨ ਹੈ ਜੀ। ਸੋ ਕਿਸੇ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੋਵੇ ਤਾਂ ਸਰੋਤੇ 905 790 0560 ਤੇ ਫੋਨ ਕਰ ਸਕਦੇ ਆ ਜੀ। ਉਹ ਮੈਂ ਨਾਲ ਦੀ ਨਾਲ ਦੱਸਣਾ ਚਾਹੁੰਦਾ ਆਪਣੇ ਬਾਪਾ ਜੀ ਕੀ ਬਹੁਤ ਸਾਰੀਆਂ ਕਾਲਸ ਆਉਂਦੀਆਂ, ਜਿਸ ਤਰ੍ਹਾਂ ਆਪਾਂ ਕੱਲ ਗੱਲ ਵੀ ਕੀਤੀ ਸੀ ਵੀ ਕਸਟਮਾਈਜ਼ ਫਰਨੀਚਰ ਦੇ ਬਾਰੇ। ਸੋ ਜ਼ਰੂਰ ਤੁਸੀਂ ਸਟੀਵਨ ਫਰਨੀਚਰ ਤੇ ਆਓ, ਆਪਣੇ ਕਸਟਮਾਈਜ਼ ਜਿਹੜਾ ਫਰਨੀਚਰ ਦੀ ਜਿਹੜੀ ਜ਼ਰੂਰਤ ਹੈ ਉਹ ਵੀ ਤੁਹਾਨੂੰ ਪੂਰੀ ਕਰਕੇ ਦਿੱਤੀ ਜਾਂਦੀ ਹੈ। ਬਣਾ ਕੇ ਤੁਹਾਨੂੰ ਬੈਡਰੂਮ ਸੈੱਟ ਹੋਵੇ, ਚਾਹੇ ਤੁਸੀਂ ਸੋਫਾ ਸੈੱਟ ਦੇਖ ਰਹੇ ਹੋ ਜਾਂ ਕਸਟਮਾਈਜ਼ ਕੋਈ ਸੈਕਸ਼ਨਲ ਸੋਫਾ ਸੈੱਟ ਬਣਾਉਣਾ ਹੈ ਤੇ ਉਹ ਤੁਹਾਨੂੰ ਜਿਹੜੀ ਪੂਰੀ ਮੇਜਰਮੈਂਟ ਦੇ ਅਕੋਰਡਿੰਗ ਤੁਹਾਡੀ ਜਿਹੜੀ ਹੈ ਚੁਆਇਸ ਦੇ ਮੁਤਾਬਕ ਫੈਬਰਿਕ ਹੋਵੇ ਜਾਂ ਜੈਨੂਅਲ ਲੈਦਰ ਹੋਵੇ, ਸੋ ਉਹਦੇ ਵਿੱਚ ਬਣਾ ਕੇ ਦਿੱਤਾ ਜਾਂਦਾ ਹੈ। ਸੋਲਿਡ ਵੁੱਡ ਦੇ ਬੈਡਰੂਮ ਪਾਈਨ, ਮੇਪਲ ਐਂਡ ਓਕ ਦੇ ਵਿੱਚ ਬਣਾ ਕੇ ਤਿਆਰ ਕਰਕੇ ਦਿੱਤੇ ਜਾਂਦੇ ਆ ਜੀ। ਜੇ ਕਿਸੇ ਕੋਲ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਕੰਮਕਾਰ ਜੌਬ ਨਹੀਂ ਹੈ, ਤਾਂ ਜੇ ਕਿਸੇ ਕੋ ਪੇਮੈਂਟ ਅੱਜ ਨਹੀਂ ਹੈ ਪਰ ਫਰਨੀਚਰ ਉਹਨਾਂ ਨੂੰ ਚਾਹੀਦਾ, ਉਹਨਾਂ ਨੇ ਜਿੰਨੇ ਕੁ ਪੈਸੇ ਇਕੱਠੇ ਕਰਕੇ ਘਰ ਬਾਏ ਕਰ ਲਿਆ ਜਾਂ ਦੂਸਰਾ ਘਰ ਜਦੋਂ ਦੂਜੇ ਘਰ 'ਚ ਜਾ ਕੇ ਮੂਵ ਹੋਣਾ ਤਾਂ ਉਹਨੂੰ ਨਵਾਂ ਫਰਨੀਚਰ ਚਾਹੀਦਾ, ਪਰ ਉਹਨਾਂ ਕੋਲ ਪੇਮੈਂਟ ਨਹੀਂ ਹੈ, ਉਹਨਾਂ ਲੋਕਾਂ ਨੂੰ ਫਿਰ ਤੁਸੀਂ ਕਿੱਦਾਂ ਫਰਨੀਚਰ ਦਿੰਦੇ ਹੋ? ਬਿਲਕੁਲ ਬਾਪਾ ਜੀ, ਹੁੰਦਾ ਹੈ ਕਿ ਜਦੋਂ ਆਪਾਂ ਨਵੇਂ ਘਰ ਸ਼ਿਫਟ ਹੁੰਦੇ ਆ, ਚਾਹੇ ਪਹਿਲਾ ਘਰ ਲਿਆ ਹੋਵੇ ਚਾਹੇ ਤੁਸੀਂ ਦੂਸਰਾ ਘਰ ਲੈਂਦੇ ਹੋ, ਤੇ ਆਪਣੀ ਜਿਹੜੀ ਘਰ ਦੇ ਵਿੱਚ ਕਾਫੀ ਸਾਰੇ ਖਰਚੇ ਹੋ ਜਾਂਦੇ ਆ, ਡਾਊਨ ਪੇਮੈਂਟਸ, ਹੋਰ ਲੋਇਰ ਦੀਆਂ ਫੀਸਾਂ ਵਗੈਰਾ। ਸੋ ਸਾਡੇ ਕੋਲ ਜੇ ਤੁਸੀਂ ਕੈਸ਼ ਬਾਏ ਨਹੀਂ ਕਰ ਸਕਦੇ ਤਾਂ ਅਸੀਂ ਤੁਹਾਨੂੰ ਔਨ ਦੀ ਸਪੌਟ ਜਿਹੜੀ ਹੈ ਫਾਈਨੈਂਸ ਕਰਵਾ ਕੇ ਦੇ ਸਕਦੇ ਹਾਂ, ਜਿਸ ਵਿੱਚ ਸਾਡੇ ਕੋਲ ਬਹੁਤ ਵਧੀਆ ਡਿਫਰੈਂਟ ਟਰਮਸ ਨੇ। ਅਪ ਟੂ 5 ਸਾਲ ਤੱਕ 5 ਸਾਲ ਤੱਕ ਤੁਸੀਂ 0% ਇੰਟਰਸਟ ਦੇ ਉੱਪਰ ਜਿਹੜਾ ਫਰਨੀਚਰ ਲੈ ਸਕਦੇ ਹੋ, ਜਿਹਦੇ ਵਿੱਚ ਛੋਟੀਆਂ ਆਸਾਨ ਕਿਸ਼ਤਾਂ ਬਣਾ ਦਿੱਤੀਆਂ ਜਾਂਦੀਆਂ, ਤੁਸੀਂ ਉਹਨਾਂ ਨੂੰ ਪੇ ਆਊਟ ਕਰ ਸਕਦੇ ਹੋ। ਸੋ ਬਹੁਤ ਵਧੀਆ ਫੈਸਿਲਿਟੀਜ਼ ਆ ਆਪਣੇ ਕੋਲ ਫਾਈਨੈਂਸਿੰਗ ਦੀ, ਤੁਸੀਂ ਫਿਕਰ ਨਾ ਕਰੋ, ਆਓ ਆਪਣੇ ਤੁਸੀਂ ਮਨਪਸੰਦ ਦਾ ਫਰਨੀਚਰ ਤੁਸੀਂ ਪਸੰਦ ਕਰਕੇ ਤੇ ਆਪਣੇ ਜਿਹੜੀ ਹੈਗੀ ਹੈ ਨਾਲ ਦੀ ਨਾਲ ਮੈਂ ਦੱਸ ਦੇਣਾ ਚਾਹੁੰਦਾ ਕਿ GTA ਏਰੀਏ ਦੇ ਵਿੱਚ ਜਿਹੜੀ ਉਹ ਹੋਮ ਡਿਲੀਵਰੀ ਜਿਹੜੀ ਹੈ ਉਹ ਫ੍ਰੀ ਕਰਕੇ ਨਾਲ ਦੀ ਨਾਲ ਦਿੱਤੀ ਜਾਂਦੀ ਹੈ ਜੀ। 5 ਸਾਲ ਬਿਨਾਂ ਵਿਆਜ ਤੋਂ? ਸਹੀ ਗੱਲ ਹੈ, ਬਿਲਕੁਲ ਜੀ, ਐਬਸੋਲੂਟਲੀ 0%। ਤਾਂ ਕਮਾਲ ਕਰਤੀ ਤੁਸੀਂ। ਜੇ ਕਿਸੇ ਨੇ 6000 ਦਾ ਫਰਨੀਚਰ ਲਿਆ ਤਾਂ ਐਗਜ਼ਾਮਪਲ ਤੌਰ ਤੇ $100 ਮਹੀਨੇ ਦਾ ਬਣਨਾ ਫਿਰ ਤਾਂ। ਬਿਲਕੁਲ ਜੀ, ਇੰਨਾ ਕੀ ਬਣੇਗਾ। ਸੋ ਜੋ ਵੀ ਹੋਏਗਾ ਅਮਾਊਂਟ ਉਹਦਾ ਤੋਂ ਇਕੁਅਲ ਪੇਮੈਂਟ ਬਣਾ ਦਿੱਤੀ ਜਾਂਦੀ ਹੈ 5 ਸਾਲ ਦੀ, ਉਹਨੂੰ ਤੁਸੀਂ ਆਰਾਮ ਨਾਲ ਆਪਣੇ ਮੰਥਲੀ ਪੇਮੈਂਟ ਕਰੀ ਜਾਓ ਜੀ। ਸਟੀਵਨ ਫਰਨੀਚਰ ਤੇ ਪਹੁੰਚੋ ਤੇ ਦੱਸ ਦਈਏ ਕਿ ਲਾਕਡਾਊਨ ਦੇ ਦੌਰਾਨ ਸਟੀਵਨ ਫਰਨੀਚਰ ਖੁੱਲ੍ਹਾ ਹੈ, ਤਾਂ ਤੁਸੀਂ ਸਟੀਲ ਟਾਊਨ ਦੇ ਬਿਲਕੁਲ ਕੋਨੇ ਤੇ ਪਹੁੰਚੋ। ਕਿਤਿਓਂ ਹੋਰ ਫਰਨੀਚਰ ਖਰੀਦਣ ਤੋਂ ਪਹਿਲਾਂ ਇੱਕ ਚੱਕਰ ਸਟੀਵਨ ਫਰਨੀਚਰ ਤੇ ਜ਼ਰੂਰ ਲਗਾਓ, ਫਿਰ ਤੁਹਾਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਪੈਣੀ। ਭਾਜੀ, ਜਾਣਕਾਰੀ ਸਾਂਝੀ ਕਰਨ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ। ਅੰਤ ਵਿੱਚ ਕੀ ਕਹਿਣਾ ਚਾਹੁੰਦੇ ਹੋ? ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਹਮੇਸ਼ਾ ਹੀ ਸਾਨੂੰ ਸਟੀਵਨ ਫਰਨੀਚਰ ਨੂੰ ਟਾਈਮ ਦਿੰਦੇ ਹੋ, 에ਅਰ ਤੇ ਟੀਵੀ ਤੇ ਸਾਰਾ ਪ੍ਰਮੋਟ ਕਰਦੇ ਹੋ ਬਹੁਤ ਚੰਗੀ ਤਰ੍ਹਾਂ। ਤੇ ਮੈਂ ਜਾਂਦੇ ਇਹ ਵੀ ਕਹਿਣਾ ਚਾਹੁੰਦਾ ਕਿ ਆਪਣੇ ਸਾਰੇ ਜਿੰਨੇ ਵੀ ਲਿਸਨਰ ਨੇ ਆਪਣਾ ਸਟੇ ਸੇਫ, ਸਟੇ ਹੈਲਦੀ ਐਂਡ ਲੌਂਗ ਵੀਕਐਂਡ ਦੀਆਂ, ਗੁੱਡ ਫਰਾਈਡੇ ਦੀਆਂ ਸ਼ੁਭ ਕਾਮਨਾਵਾਂ ਸਾਰਿਆਂ ਨੂੰ ਜੀ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਭਾਜੀ। ਇਹ ਸਨ ਸਟੀਵਨ ਫਰਨੀਚਰ ਤੋਂ ਜਸਵੀਰ ਜੀ। 905 790 0560 905 790 0560 ਤੇ ਤੁਸੀਂ ਕਾਲ ਕਰ ਸਕਦੇ ਹੋ ਜਾਂ ਪਹੁੰਚੋ ਸਟੀਵਨ ਫਰਨੀਚਰ ਤੇ ਸਟਰੀਟ ਟਾਊਨ ਦੇ ਬਿਲਕੁਲ ਕੋਨੇ ਤੇ ਹੈ। ਇਸ ਨਾਲ ਮੈਂ ਗੱਲ ਕਰਾਂ ਕਿ ਸਵੀਟ ਮੈਲ, ਇਹ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਖਾਣਾ ਮੰਗਵਾਉਣਾ ਚਾਹੁੰਦੇ ਹੋ ਤਾਂ ਸਵੀਟ ਮੈਲ ਦਾ ਨਾਮ ਹਮੇਸ਼ਾ ਯਾਦ ਰੱਖੋ। 680 ਰੈਕਸਟਲ ਤੇ ਹੈ, sweetmel.ca ਤੇ ਜਾ ਕੇ ਖਾਣਾ ਆਰਡਰ ਕਰ ਸਕਦੇ ਹੋ। ਕਾਲ ਕਰਕੇ 416 689 91 416 6799191 416 689 91। ਟੀਮ ਦਸਾਂਝ ਦੇ ਕੋਲ ਕੰਡੋਮੀਨੀਅਮ ਦਾ ਪ੍ਰੋਜੈਕਟ ਸਕੁਆਇਰ 1 ਦੇ ਬਿਲਕੁਲ ਕੋਲ M4 MCT 4 ਜਿਹੜਾ ਉਹ ਲਾਂਚ ਹੋ ਗਿਆ ਹੈ, ਤਾਂ ਪੂਰੀ ਇੱਕ ਫਲੋਰ ਜਿਹੜੀ ਹੈ ਉਹ ਵਿਕਰਮ ਦਸਾਂਝ ਦੇ ਕੋਲ ਹੈ। ਤੁਹਾਨੂੰ ਬਿਲਕੁਲ ਇਹ ਨਹੀਂ ਹੋਏਗਾ ਯੂਨਿਟ ਨਹੀਂ ਮਿਲੇਗਾ। ਸੋ ਕਾਲ ਕਰੋ ਵਿਕਰਮ ਦਸਾਂਝ 9052757777 905 275 7777 905 275 7777 905 275 7777 ਤੁਸੀਂ ਕਾਲ ਕਰ ਸਕਦੇ ਹੋ। ਜਿਸ ਤਰ੍ਹਾਂ ਪਿਛਲੇ ਦਿਨੀ ਪੀਟਰਸਨ 에ਅਰਪੋਰਟ ਦੇ ਉੱਪਰ ਜਿਹੜਾ ਹੇਟ ਕ੍ਰਾਈਮ ਹੈ ਉਸ ਦੇ ਜਿੱਥੇ ਮੁਸਲਿਮ ਪ੍ਰੇਅਰ ਵਾਸਤੇ ਜਗ੍ਹਾ ਬਣਾਈ ਹੈ ਮੁਸਲਿਮ ਕਮਿਊਨਿਟੀ ਵਾਸਤੇ, ਉੱਥੇ ਕਿਸੇ ਵਿਅਕਤੀ ਨੇ ਮਾੜੀ ਸ਼ਬਦਾਵਲੀ ਲਿਖੀ ਸੀ, ਤਾਂ ਉਹ ਵਿਅਕਤੀ ਦੀ ਪੁਲਿਸ ਨੂੰ ਭਾਲ ਹੈ, ਪਛਾਣ ਲਿਆ ਗਿਆ ਹੈ। ਤਾਂ ਉਸ ਵਿਅਕਤੀ ਨੇ ਜਿਹੜਾ ਉੱਥੇ ਇਹ ਇੱਦਾਂ ਕੀਤਾ, ਮਾੜੀ ਗੱਲ ਹੈ। ਨਫ਼ਰਤ ਜਿਹੜੀ ਹੈ ਉਹ ਕੋਈ ਵੀ ਧਰਮ ਨਹੀਂ ਸਿਖਾਉਂਦਾ। ਹੁਣ
ਸਿੱਖ ਹੈਰੀਟੇਜ ਮੰਥ ਦੀ ਗੱਲ ਕਰੀਏ, ਸਿੱਖ ਹੈਰੀਟੇਜ ਮੰਥ ਜਿਹੜਾ 1 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤੱਕ ਪਹਿਲਾਂ ਅੰਟਾਰੀਓ ਦੀ ਸਰਕਾਰ ਨੇ, ਫਿਰ ਕੈਨੇਡਾ ਦੀ ਸਰਕਾਰ ਨੇ ਸਿੱਖ ਹੈਰੀਟੇਜ ਮੰਥ ਐਲਾਨਿਆ ਹੋਇਆ ਹੈ। ਕੱਲ ਇੱਕ ਵਿਰਚੁਅਲ ਜਿਹੜੀ ਸੀ ਕਾਨਫਰੰਸ ਸੈਲੀਬ੍ਰੇਸ਼ਨ ਕਹਿ ਲਈਏ ਉਹ ਹੋ ਰਹੀ ਸੀ, ਤਾਂ ਉਸ ਵਿੱਚ ਜਗਮੀਤ ਸਿੰਘ ਬੋਲ ਰਹੇ ਸਨ ਤਾਂ ਕਿਸੇ ਵਿਅਕਤੀ ਨੇ ਗਲਤ ਕਮੈਂਟ ਕੀਤੇ, ਜਿਹੜੀ ਕਿ ਇੱਕ ਮਾੜੀ ਗੱਲ ਹੈ। ਉਸ ਦੇ ਨਾਲ ਫਿਰ ਜਿਹੜੀ ਵਿਰਚੁਅਲ ਕਾਨਫਰੰਸ ਸੀ ਉਹ ਬੰਦ ਕਰਨੀ ਪਈ। ਤੇ ਜਦੋਂ ਵੀ ਕਿਤੇ ਜਗਮੀਤ ਸਿੰਘ ਕੁਛ ਨਾ ਕੁਛ ਕਿਤੇ ਕੋਈ ਗੱਲਬਾਤ ਕਰਦੇ ਨੇ ਤਾਂ ਉਸ ਦੇ ਨਾਲ ਇਸ ਤਰ੍ਹਾਂ ਕਿਉਂ ਹੁੰਦਾ ਹੈ, ਪਰ ਸਾਰੀ ਸਿੱਖ ਕੌਮ ਜਿਹੜੀ ਹੈ ਉਸ ਨੂੰ ਬੜਾ ਦੁੱਖ ਪਹੁੰਚਾ ਕਿ ਜਦੋਂ ਇਸ ਤਰ੍ਹਾਂ ਕੋਈ ਗੱਲਬਾਤ ਹੁੰਦੀ ਹੈ ਤਾਂ ਕਮਿਊਨਿਟੀ ਜਿਹੜੀ ਹੈ ਉਸ ਵਾਸਤੇ ਚਿੰਤਾ ਜ਼ਰੂਰ ਹੈ। ਜੇ ਇੱਦਾਂ ਦੀ ਗੱਲ ਹੁੰਦੀ ਹੈ, ਇਸ ਬਾਰੇ ਤੁਸੀਂ ਜਿਹੜੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੇ, ਸਾਡੀਆਂ ਅੰਟਾਰੀਓ ਗੁਰਦੁਆਰਾ ਕਮੇਟੀ ਨੇ, ਅੰਟਾਰੀਓ ਗੁਰਦੁਆਰਾ ਸਿੱਖ ਕੌਂਸਲ ਹੈ, ਉਹਨਾਂ ਨੂੰ ਇਸ ਬਾਰੇ ਕੋਈ ਨਾ ਕੋਈ ਸਟੇਟਮੈਂਟ ਜਿਹੜੀ ਉਹ ਦੇ ਕੇ ਸਰਕਾਰਾਂ ਤੋਂ ਮੰਗ ਕਰਨੀ ਚਾਹੀਦੀ ਹੈ ਕਿ ਇਹੋ ਜਿਹਾ ਜਿਹੜਾ ਕੰਮ ਹੁੰਦਾ ਹੈ, ਸੋਸ਼ਲ ਮੀਡੀਆ ਹੈ ਅੱਜ ਕੱਲ੍ਹ, ਜਾਂ ਲੋਕ ਨਫ਼ਰਤ ਦੇ ਨਾਲ ਕੁਝ ਲਿਖਦੇ ਨੇ, ਉਹ ਇੱਦਾਂ ਦੇ ਕੌਮੈਂਟ ਜਿਹੜੇ ਹੈ ਉਹ ਨਹੀਂ ਲਿਖਣੇ ਚਾਹੀਦੇ, ਤਾਂ ਕਿ ਆਪਸੀ ਜਿਹੜਾ ਭਾਈਚਾਰਾ ਹੈ, ਆਪਸੀ ਜਿਹੜੀ ਕਮਿਊਨਿਟੀ ਹੈ ਉਹ ਇੱਕ ਦੂਜੇ ਨਾਲ ਨਫ਼ਰਤ ਨਾ ਕਰੇ। ਇਹ ਜ਼ਰੂਰ ਇਸ ਬਾਰੇ ਸਾਡੀਆਂ ਗੁਰਦੁਆਰਾ ਕਮੇਟੀ ਜਿਹੜੀਆਂ ਨੇ ਉਹਨਾਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ। ਇਸ ਨਾਲ ਮੈਂ ਦੱਸ ਦੇਵਾਂ ਕਿ ਤਾਇਵਾਨ ਦੇ ਵਿੱਚ ਇੱਕ ਰੇਲ ਹਾਦਸਾ ਵਾਪਰਿਆ ਹੈ, ਜਿਸ ਵਿੱਚ 50 ਤੋਂ ਵੱਧ ਲੋਕ ਜਿਹੜੇ ਮਾਰੇ ਗਏ ਨੇ ਤੇ ਬਹੁਤ ਸਾਰੇ ਲੋਕ ਜਿਹੜੇ ਜ਼ਖਮੀ ਹੋਏ ਨੇ। ਕਿਹਾ ਜਾ ਰਿਹਾ ਕਿ ਟ੍ਰੇਨ ਇਹ ਇੰਨੀ ਤੇਜ਼ ਸੀ ਤੇ ਪਟੜੀ ਤੋਂ ਉਤਰਨ ਦੇ ਨਾਲ ਇਹ ਹਾਦਸਾ ਜਿਹੜਾ ਵਾਪਰਿਆ ਹੈ। ਸੋ ਪ੍ਰੋਗਰਾਮ ਸਾਂਝਾ ਪੰਜਾਬ ਦੇ ਵਿੱਚ ਤੁਸੀਂ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੁੰਦੀ ਪ੍ਰੋਗਰਾਮ ਤੋਂ ਬਾਅਦ ਤਾਂ 4164197777 ਸਾਂਝਾ ਪੰਜਾਬ ਅਸੀਂ ਤੁਹਾਡੇ ਲਈ ਹਫ਼ਤੇ 7 ਦਿਨ ਪੇਸ਼ ਕਰਦੇ ਹਾਂ। ਇਸ ਦੇ ਨਾਲ ਰੇਡੀਓ ਸੈਚਰਡੇ ਸੰਡੇ 2 ਦਿਨ ਹੁੰਦਾ ਹੈ, ਸੈਚਰਡੇ ਸਵੇਰੇ 10 ਤੋਂ 11, ਸੰਡੇ ਨੂੰ 10 ਤੋਂ ਲੈ ਕੇ 12 ਵਜੇ ਤੱਕ 1430 AM ਤੇ ਅਸੀਂ ਪੇਸ਼ ਕਰਦੇ ਹਾਂ। ਤੇ ਸਾਂਝਾ ਪੰਜਾਬ ਵਿਜ਼ਨ TV ਦੇ ਉੱਤੇ ਪਿਛਲੇ 14 ਸਾਲਾਂ ਤੋਂ ਅਸੀਂ ਪੇਸ਼ ਕਰਦੇ ਆ ਰਹੇ ਹਾਂ। ਹੁਣ ਸਮਾਂ ਜਿਹੜਾ ਵਿਜ਼ਨ TV ਦੇ ਉੱਤੇ 11 ਤੋਂ ਲੈ ਕੇ 12 ਵਜੇ ਤੱਕ ਹੈ। ਮੰਗਲਵਾਰ ਨੂੰ ਅਸੀਂ 1 ਘੰਟੇ ਦਾ ਪ੍ਰੋਗਰਾਮ ਤੁਹਾਡੇ ਵਾਸਤੇ ਬਣਾ ਕੇ ਭੇਜ ਦੇਈਦਾ, ਤਾਂ ਤੁਸੀਂ ਇਹ ਸੈਚਰਡੇ ਨੂੰ 11 ਤੋਂ 12 ਵਿਜ਼ਨ TV ਤੇ ਸਾਂਝਾ ਪੰਜਾਬ ਨੂੰ ਜ਼ਰੂਰ ਦੇਖਿਆ ਕਰੋ। ਅੱਜ ਦਾ ਪ੍ਰੋਗਰਾਮ ਦੇਖਣ ਦਾ, ਸੁਣਨ ਦਾ, ਸਾਡਾ ਸਾਥ ਦੇਣ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪਣਾ ਧਿਆਨ ਰੱਖੋ, ਦੂਜਿਆਂ ਦਾ ਧਿਆਨ ਰੱਖੋ, ਤਾਂ ਕਿ ਅਸੀਂ ਇਸ ਔਖੇ ਸਮੇਂ ਦੇ ਵਿੱਚੋਂ ਲੰਘ ਸਕੀਏ। ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰੱਖਾ। ਸਤਿ ਸ਼੍ਰੀ ਅਕਾਲ ਜੀ।